हेलो ऑल, हाउ आर यू? होप यू ऑल आर वैल। बेटा इस तो पहला ਆਪਾਂ 5th ਕਲਾਸ ਮੈਥ ਦੇ 2 ਚੈਪਟਰ ਕੰਪਲੀਟ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਸਾਡੀ ਪਲੇਲਿਸਟ ਦੇ ਵਿੱਚ ਜਾ ਕੇ 5th ਕਲਾਸ ਮੈਥ ਦੀਆਂ ਵੀਡੀਓਜ਼ ਤੁਸੀਂ ਕੱਢ ਕੇ ਦੇਖ ਸਕਦੇ ਹੋ, ਠੀਕ ਹੈ। ਤੇ ਉਹ ਵੀਡੀਓਜ਼ ਜ਼ਰੂਰ ਦੇਖ ਲਓ ਤਾਂ ਕਿ ਆਪਾਂ ਅੱਗੇ ਜੋ ਮੈਥ ਹੈ ਉਹ ਕਰਵਾ ਸਕੀਏ। ਤੇ ਅੱਜ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਹੈ 3rd ਚੈਪਟਰ। ਇਹ ਮਹੱਤਵ ਸਮਾਪਵਰਤਕ ਅਤੇ ਲਘੁੱਤਮ ਸਮਾਪਵਰਤਕ ਦਾ। ਇਸ ਨੂੰ ਅਸੀਂ HCF ਔਰ LCM ਵੀ ਬੋਲ ਦਿੰਦੇ ਹਾਂ, ਠੀਕ ਹੈ। ਤਾਂ ਇਸ ਚੈਪਟਰ ਦੇ ਵਿੱਚ ਕੀ ਹੈ ਤੇ ਇਸ ਦੇ ਉਦੇਸ਼ ਕੀ ਨੇ, ਜਿੱਦਾਂ ਤੁਹਾਨੂੰ ਸਾਹਮਣੇ ਸਕਰੀਨ ਦੇ ਉੱਤੇ ਦਿਖ ਰਹੇ ਨੇ। ਇਸ ਦੇ ਉਦੇਸ਼, ਇਸ ਚੈਪਟਰ ਨੂੰ ਕਰਨ ਦੇ ਅਸਲ 'ਚ ਉਦੇਸ਼ ਕੀ ਨੇ, ਪਹਿਲਾਂ ਮੈਂ ਉਹ ਪੜ੍ਹ ਦਿੰਦਾ। ਗੁਣਜ ਅਤੇ ਗੁਣਨਖੰਡ ਬਾਰੇ ਜਾਣਕਾਰੀ ਦੇਣਾ, ਠੀਕ ਹੈ। ਇੱਕ ਸੰਖਿਆ ਦਾ ਉਸਦੇ ਗੁਣਜ ਕੀ ਹੁੰਦੇ ਨੇ ਤੇ ਉਹਦੇ ਗੁਣਨਖੰਡ ਕੀ ਹੁੰਦੇ ਨੇ, ਇਸ ਚੈਪਟਰ ਦੇ ਵਿੱਚ ਆਪਾਂ ਇਹ ਸਿੱਖਾਂਗੇ। ਵੱਖ-ਵੱਖ ਗਤੀਵਿਧੀਆਂ ਰਾਹੀਂ ਮੰਮਾ ਸੱਸਾ ਵਾਵਾ ਅਤੇ ਲੱਲਾ ਸੱਸਾ ਵਾਵਾ ਦੇ ਸੰਕਲਪ ਦੀ ਜਾਣਕਾਰੀ ਦੇਣਾ, ਠੀਕ ਹੈ। ਇਹ ਮੰਮਾ ਸੱਸਾ ਵਾਵਾ ਤੇ ਲੱਲਾ ਸੱਸਾ ਵਾਵਾ ਕੀ ਹੁੰਦੇ ਨੇ, ਠੀਕ ਹੈ। ਇਸ ਦੇ ਸੰਕਲਪ ਬਾਰੇ ਆਪਾਂ ਇਸ ਲੜੀ ਦੇ ਵਿੱਚ ਜਾਣਾਂਗੇ। ਵੱਖ-ਵੱਖ ਢੰਗ ਰਾਹੀਂ ਮੰਮਾ ਸੱਸਾ ਵਾਵਾ ਅਤੇ ਲੱਲਾ ਸੱਸਾ ਵਾਵਾ ਪਤਾ ਕਰਨਾ, ਠੀਕ ਹੈ। ਮਹੱਤਵ ਸਮਾਵਰਤਕ ਤੇ ਲਘੁੱਤਮ ਸਮਾਵਰਤਕ ਨੂੰ ਕਿਵੇਂ ਕੱਢੀਦਾ, ਇਹ ਵੱਖ-ਵੱਖ ਢੰਗ ਇਹਦੇ ਇਸ ਲੜੀ ਦੇ ਵਿੱਚ ਆਪਾਂ ਜਾਣਾਂਗੇ। ਰੋਜ਼ਾਨਾ ਜ਼ਿੰਦਗੀ ਦੀਆਂ ਪਰਿਸਥਿਤੀਆਂ ਵਿੱਚ ਮਹੱਤਵ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ ਦੀ ਵਰਤੋਂ ਕਰਨ ਦੇ ਯੋਗ ਬਣਾਉਣਾ, ਠੀਕ ਹੈ। ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਨੂੰ ਕਿਵੇਂ ਵਰਤਿਆ ਜਾਂਦਾ ਹੈ, ਇਸ ਬਾਰੇ ਜਾਣਕਾਰੀ ਦੇਣਾ। ਵੱਖ-ਵੱਖ ਗਤੀਵਿਧੀਆਂ ਰਾਹੀਂ ਜਿਸਤ, ਟਾਂਕ, ਭਾਜ ਅਤੇ ਅਭਾਜ ਸੰਖਿਆਵਾਂ ਬਾਰੇ ਜਾਣਕਾਰੀ ਦੇਣਾ। ਇਹਦੇ ਵਿੱਚ ਇਹ ਦੇਖਾਂਗੇ ਵੀ ਜਿਸਤ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ, ਟਾਂਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ, ਭਾਜ ਕਿਹੜੀਆਂ ਹੁੰਦੀਆਂ ਤੇ ਅਭਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ। ਤੇ ਬਾਕੀ ਲਾਸਟ ਆਪਣਾ ਜਿਹੜਾ ਉਦੇਸ਼ ਹੈ ਉਹ ਹਰ ਚੈਪਟਰ ਦੇ ਵਿੱਚ ਹੁੰਦਾ ਹੀ ਹੈ ਜੀ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨਾ, ਠੀਕ ਹੈ। ਇਹ ਇਸ ਦੇ ਉਦੇਸ਼ ਨੇ ਜੀ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਜਿਹੜਾ ਸੰਕਲਪ ਹੈ ਉਹ ਹੈ ਗੁਣਜ, ਠੀਕ ਹੈ। ਗੁਣਜ ਹੁੰਦੇ ਕੀ ਨੇ, ਜਿੱਦਾਂ ਇਹਨਾਂ ਨੇ ਲਿਖਿਆ ਹੋਇਆ ਹੈ, ਜਦੋਂ 2 ਜਾਂ 2 ਤੋਂ ਵੱਧ ਸੰਖਿਆਵਾਂ ਨੂੰ ਗੁਣਾ ਕੀਤਾ ਜਾਂਦਾ ਹੈ ਤਾਂ ਸਾਨੂੰ ਗੁਣਨਫਲ ਪ੍ਰਾਪਤ ਹੁੰਦਾ ਹੈ। ਇਹ ਗੁਣਨਫਲ ਹਰੇਕ ਗੁਣਾ ਕੀਤੀ ਸੰਖਿਆ ਦਾ ਗੁਣਜ ਹੁੰਦਾ ਹੈ। ਹੇਠਾਂ ਦਿੱਤੇ ਗੁਣਨਫਲਾਂ ਨੂੰ ਧਿਆਨ ਨਾਲ ਦੇਖੋ, ਠੀਕ ਹੈ। ਕਹਿੰਦਾ ਜਦੋਂ ਅਸੀਂ ਦੋ ਸੰਖਿਆਵਾਂ ਨੂੰ ਆਪਸ ਦੇ ਵਿੱਚ ਗੁਣਾ ਕਰਦੇ ਹਾਂ ਨਾ ਤਾਂ ਸਾਨੂੰ ਇੱਕ ਗੁਣਨਫਲ ਪ੍ਰਾਪਤ ਹੁੰਦਾ ਹੈ, ਠੀਕ ਹੈ। ਉਹ ਗੁਣਨਫਲ ਪ੍ਰਾਪਤ ਹੋਇਆ ਸਾਨੂੰ ਕਿਹੜੀਆਂ-ਕਿਹੜੀਆਂ ਸੰਖਿਆਵਾਂ ਨੂੰ ਗੁਣਾ ਕਰਕੇ ਅਸਲ 'ਚ ਉਹ ਸੰਖਿਆਵਾਂ ਉਹਦੀਆਂ ਗੁਣਜ ਨੇ। ਜਿਵੇਂ ਇੱਥੇ 4 ਸਵਾਲ ਦਿੱਤੇ ਹੋਏ ਨੇ ਤੇ ਨੀਚੇ ਦੇਖੋ ਉਪਰੋਕਤ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ। 1 ਸੰਖਿਆ 28, 4 ਅਤੇ 7 ਦਾ ਗੁਣਜ ਹੈ। ਇਸੇ ਤਰ੍ਹਾਂ ਹੀ 2 ਸੰਖਿਆ 48, 6 ਅਤੇ 8 ਦਾ ਗੁਣਜ ਹੈ। ਇਸੇ ਤਰ੍ਹਾਂ ਹੀ 3 ਦੇ ਸੰਖਿਆ 24, 2, 3 ਅਤੇ 4 ਦਾ ਗੁਣਜ ਹੈ। ਸੰਖਿਆ 90, 9 ਅਤੇ 10 ਦਾ ਗੁਣਜ ਹੈ, ਠੀਕ ਹੈ। ਜਦੋਂ ਸਾਨੂੰ ਕੋਈ ਗੁਣਨਫਲ ਪ੍ਰਾਪਤ ਹੋ ਜੇ ਤਾਂ ਉਹ ਗੁਣਨਫਲ ਕਿਹੜੀਆਂ ਸੰਖਿਆਵਾਂ ਨੂੰ ਗੁਣਾ ਕਰਨ ਤੇ ਪ੍ਰਾਪਤ ਹੁੰਦਾ ਹੈ, ਅਸਲ 'ਚ ਉਹ ਸੰਖਿਆਵਾਂ ਉਹਦੀਆਂ ਗੁਣਜ ਹੁੰਦੀਆਂ ਨੇ, ਠੀਕ ਹੈ ਬੇਟਾ। ਹਾਂਜੀ, ਇੱਕ ਇਹ ਦੇਖੋ ਯਾਦ ਰੱਖਣ ਯੋਗ ਗੱਲਾਂ, ਗੁਣਜਾਂ ਬਾਰੇ ਕੁਝ ਯਾਦ ਰੱਖਣ ਯੋਗ ਗੱਲਾਂ ਨੇ, ਹਮੇਸ਼ਾ ਯਾਦ ਰੱਖਣੀਆਂ ਨੇ। ਕੀ ਨੇ ਇਹ? ਹਰੇਕ ਸੰਖਿਆ ਆਪਣੇ ਆਪ ਦਾ ਗੁਣਜ ਹੁੰਦੀ ਹੈ। ਕੋਈ ਵੀ ਸੰਖਿਆ ਹੁੰਦੀ ਹੈ ਨਾ ਉਹ ਆਪਣੇ ਆਪ ਦਾ ਗੁਣਜ ਤਾਂ ਹੁੰਦੀ ਹੀ ਹੁੰਦੀ ਹੈ, ਠੀਕ ਹੈ। ਤੇ ਹਰੇਕ ਸੰਖਿਆ 1 ਦਾ ਵੀ ਗੁਣਜ ਹੁੰਦੀ ਹੈ, ਕਿਉਂਕਿ ਇੱਕ ਵੀ ਹਰੇਕ ਨਾਲ ਗੁਣਾ ਕੀਤੀ ਜਾ ਸਕਦੀ ਹੈ, ਕਿਉਂਕਿ ਸੰਖਿਆ 19 ਹੀ ਰਹਿ ਜੂ 1 ਨਾਲ ਗੁਣਾ ਕਰਨ ਤੇ, ਠੀਕ ਹੈ। ਹਰੇਕ ਸੰਖਿਆ ਦਾ ਗੁਣਜ ਉਸ ਦੀ ਸੰਖਿਆ ਦੇ ਬਰਾਬਰ ਜਾਂ ਉਸ ਤੋਂ ਵੱਡਾ ਹੁੰਦਾ ਹੈ, ਠੀਕ ਹੈ। ਜਿਹੜਾ ਸੰਖਿਆ ਦਾ ਗੁਣਜ ਹੁੰਦਾ ਨਾ ਉਹ ਸੰਖਿਆ ਦੇ ਬਰਾਬਰ ਹੋ ਸਕਦਾ ਹੈ, ਉਸ ਤੋਂ ਵੱਡਾ ਹੋ ਸਕਦਾ ਹੈ, ਪਰ ਉਸ ਤੋਂ ਛੋਟਾ ਨਹੀਂ ਬੇਟਾ ਹੋ ਸਕਦਾ, ਠੀਕ ਹੈ। ਗੁਣਜ, ਠੀਕ ਹੈ ਨਾ। ਸੰਖਿਆ ਦਾ ਸਭ ਤੋਂ ਛੋਟਾ ਗੁਣਜ ਸੰਖਿਆ ਖੁਦ ਹੁੰਦੀ ਹੈ, ਠੀਕ ਹੈ। ਉਸ ਤੋਂ ਛੋਟਾ ਉਹਦਾ ਗੁਣਜ ਨਹੀਂ ਹੋ ਸਕਦਾ, ਸੰਖਿਆ ਖੁਦ ਹੁੰਦੀ ਹੈ। ਉਦੋਂ ਵੱਡੇ ਉਹਦੇ ਗੁਣਜ ਹੋ ਸਕਦੇ ਨੇ, ਠੀਕ। ਇੱਕ ਬੇਟਾ ਇਹ ਆ ਗਿਆ, ਯਾਦ ਰੱਖੋ, ਹੈ ਨਾ, ਠੀਕ ਹੈ। ਤੇ ਇਹਦੇ ਵਿੱਚ ਕੀ ਹੈ, ਪਿਛਲੇ ਯਾਦ ਰੱਖੋ ਦੇ ਵਿੱਚ ਆਪਾਂ ਕੀਤਾ ਹੈ ਗੁਣਜ ਬਾਰੇ, ਤੇ ਇਹ ਹੈਗਾ ਗੁਣਨਖੰਡਾਂ ਬਾਰੇ, ਠੀਕ ਹੈ। ਗੁਣਨਖੰਡ ਕੀ ਹੁੰਦੇ ਨੇ ਇਹਨਾਂ ਬਾਰੇ ਵੀ ਆਪਾਂ ਦੱਸਾਂਗੇ, ਠੀਕ ਹੈ, ਕਿ ਗੁਣਨਖੰਡ ਕੀ ਹੁੰਦੇ ਨੇ। ਗੁਣਨਖੰਡ ਅਸਲ 'ਚ ਹੁੰਦੇ ਨੇ ਟੋਟੇ, ਠੀਕ ਹੈ। ਕੋਈ ਸੰਖਿਆ ਦੇ ਕਿੰਨੀਆਂ ਸੰਖਿਆਵਾਂ ਨੂੰ ਗੁਣਾ ਕਰਕੇ ਉਹ ਸੰਖਿਆ ਪ੍ਰਾਪਤ ਹੋਈ ਹੈ, ਠੀਕ ਹੈ, ਉਹ ਉਹਦੇ ਗੁਣਨਖੰਡ ਹੁੰਦੇ ਨੇ, ਉਹਦੇ ਟੋਟੇ ਹੁੰਦੇ ਨੇ, ਠੀਕ ਹੈ। ਤਾਂ ਇਹਦੇ ਲਈ ਯਾਦ ਰੱਖਣ ਯੋਗ ਕੀ ਨੁਕਤੇ ਨੇ ਇਹ ਵੀ ਯਾਦ ਰੱਖੋ। ਦੇਖੋ ਪਹਿਲਾ ਇੱਕ ਹਰੇਕ ਸੰਖਿਆ 0 ਤੋਂ ਬਿਨਾਂ ਦਾ ਗੁਣਨਖੰਡ ਹੈ, ਠੀਕ ਹੈ। ਇੱਕ ਹੈ ਨਾ ਜਿਹੜਾ ਹਰੇਕ ਸੰਖਿਆ ਦਾ ਗੁਣਨਖੰਡ ਹੈ ਪਰ 0 ਤੋਂ ਬਿਨਾਂ, 0 ਦੀ ਗੱਲ ਨਹੀਂ ਕਰ ਰਹੇ ਆਪਾਂ ਇੱਥੇ, ਠੀਕ ਹੈ। ਹਰੇਕ ਸੰਖਿਆ ਆਪਣੇ ਆਪ ਦੀ ਗੁਣਨਖੰਡ ਹੈ। ਹਰੇਕ ਸੰਖਿਆ ਆਪਣੇ ਆਪ ਦੀ ਗੁਣਨਖੰਡ ਤਾਂ ਹੈਗੀ ਹੈ, ਕਿਉਂਕਿ ਹਰੇਕ ਸੰਖਿਆ ਆਪਣੇ ਆਪ ਨੂੰ ਤਾਂ ਵੰਡ ਹੀ ਦਿੰਦੀ ਹੈ, ਠੀਕ ਹੈ ਨਾ।
ਇੱਥੇ ਵੀ ਆਪਾਂ ਜ਼ੀਰੋ ਦੀ ਗੱਲ ਨਹੀਂ ਕਰ ਰਹੇ, ਠੀਕ ਹੈ, ਇਹ ਯਾਦ ਰੱਖਣਾ ਬੇਟਾ। ਇੱਕ ਕਿਸੇ ਸੰਖਿਆ ਦਾ ਸਭ ਤੋਂ ਛੋਟਾ ਗੁਣਨਖੰਡ ਹੈ। ਇਹ ਆਪਾਂ ਦੱਸ ਹੀ ਦਿੱਤਾ ਵੀ ਇੱਕ ਹੈ ਜਿਹੜਾ ਉਹ ਕਿਸੇ ਸੰਖਿਆ ਦਾ ਸਭ ਤੋਂ ਛੋਟਾ ਗੁਣਨਖੰਡ ਹੁੰਦਾ ਹੈ, ਠੀਕ ਹੈ। ਕਿਸੇ ਸੰਖਿਆ ਦਾ ਸਭ ਤੋਂ ਵੱਡਾ ਗੁਣਨਖੰਡ ਸੰਖਿਆ ਖੁਦ ਹੁੰਦੀ ਹੈ, ਠੀਕ ਹੈ। ਸਭ ਤੋਂ ਵੱਡਾ ਗੁਣਨਖੰਡ ਸੰਖਿਆ ਖੁਦ ਹੁੰਦੀ ਹੈ। ਗੁਣਜ ਦੇਖੋ ਸਭ ਤੋਂ ਛੋਟਾ ਹੁੰਦਾ ਹੈ, ਠੀਕ ਹੈ, ਸੰਖਿਆ ਖੁਦ, ਤੇ ਗੁਣਨਖੰਡ ਸਭ ਤੋਂ ਵੱਡਾ ਹੁੰਦਾ ਹੈ, ਠੀਕ ਹੈ, ਸੰਖਿਆ ਖੁਦ। ਜੇ ਪਹਿਲੀ ਸੰਖਿਆ ਦੂਜੀ ਸੰਖਿਆ ਦੀ ਗੁਣਨਖੰਡ ਹੈ ਤਾਂ ਦੂਜੀ ਸੰਖਿਆ ਪਹਿਲੀ ਸੰਖਿਆ ਦੀ ਗੁਣਜ ਹੋਵੇਗੀ। ਇਹ ਵੀ ਯਾਦ ਰੱਖਣਾ ਹੈ, ਜੇ ਪਹਿਲੀ ਸੰਖਿਆ ਦੂਜੀ ਸੰਖਿਆ ਦੀ ਗੁਣਨਖੰਡ ਹੈ ਤਾਂ ਜਿਹੜੀ ਦੂਜੀ ਸੰਖਿਆ ਉਹ ਪਹਿਲੀ ਸੰਖਿਆ ਦਾ ਗੁਣਜ ਤਾਂ ਆਪਣੇ ਆਪ ਹੀ ਹੋਊਗੀ, ਠੀਕ ਹੈ। ਹਾਂਜੀ, ਇੱਕ ਇਹ ਹੈ ਯਾਦ ਰੱਖਣ ਯੋਗ ਗੱਲਾਂ। ਜੇਕਰ ਕਿਸੇ ਸੰਖਿਆ ਦਾ ਇਕਾਈ ਸਥਾਨ ਦਾ ਅੰਕ 0 2 4 6 8 ਹੋਵੇ ਤਾਂ ਸੰਖਿਆ ਜਿਸਤ ਹੋਵੇਗੀ, ਅਤੇ ਜੇਕਰ ਇਕਾਈ ਸਥਾਨ ਦਾ ਅੰਕ 1 3 5 7 9 ਹੋਵੇ ਤਾਂ ਸੰਖਿਆ ਟਾਂਕ ਹੋਵੇਗੀ। ਇਹ ਤਾਂ ਬੇਟਾ ਤੁਸੀਂ ਆਮ ਖੇਡਦੇ ਵੀ ਹੁੰਦੇ ਹੋ, ਕਲੀ ਜੋਟਾ ਖੇਡਦੇ ਹੁੰਦੇ ਹੋ ਨਾ, ਠੀਕ ਹੈ। ਕਲੀ ਵਾਲੀਆਂ ਸੰਖਿਆ ਟਾਂਕ ਹੁੰਦੀਆਂ ਨੇ, ਜੋਟੇ ਵਾਲੀਆਂ ਸੰਖਿਆ ਜਿਸਤ ਹੁੰਦੀਆਂ ਨੇ, ਠੀਕ ਹੈ, ਇਹ ਯਾਦ ਰੱਖਣਾ। ਜੇਕਰ ਸੰਖਿਆ ਦਾ ਇਕਾਈ ਦਾ ਅੰਕ 0 2 4 6 8 ਹੋਵੇ ਤਾਂ ਸੰਖਿਆ ਜਿਸਤ ਹੁੰਦੀ ਹੈ। ਜੇਕਰ 1 3 5 7 9 ਹੋਵੇ ਤਾਂ ਸੰਖਿਆ ਜਿਹੜੀ ਹੈ ਉਹ ਟਾਂਕ ਹੁੰਦੀ ਹੈ। ਬੇਟਾ ਇਹ ਹਮੇਸ਼ਾ ਯਾਦ ਰੱਖਣਾ, ਠੀਕ ਹੈ। ਜਿਸਤ ਸੰਖਿਆ ਹਮੇਸ਼ਾ 2 ਨਾਲ ਵੰਡੀ ਜਾਂਦੀ ਹੈ ਅਤੇ 2 ਹਮੇਸ਼ਾ ਜਿਸਤ ਸੰਖਿਆ ਦਾ ਗੁਣਨਖੰਡ ਹੁੰਦਾ ਹੀ ਹੁੰਦਾ ਹੈ, ਠੀਕ ਹੈ ਨਾ, ਇਹ ਵੀ ਹਮੇਸ਼ਾ ਯਾਦ ਰੱਖਣਾ। ਅਭਿਆਸ 3.1 ਹੇਠ ਦਿੱਤੀਆਂ ਸੰਖਿਆਵਾਂ ਵਿੱਚ ਹਰੇਕ ਸੰਖਿਆ ਲਈ ਪਹਿਲੇ 5 ਗੁਣਜ ਲਿਖੋ। ਬੇਟਾ ਪਹਿਲੇ 5 ਗੁਣਜ ਕੀ ਹੁੰਦੇ ਨੇ? ਜਾਣੀ ਇਹਨਾਂ ਨੂੰ 5 ਵਾਰ ਗੁਣਾ ਕਰਨੀ ਹੈ ਪਹਿਲੇ 5 ਸੰਖਿਆਵਾਂ ਨਾਲ, ਠੀਕ ਹੈ। ਪਹਿਲੇ 5 ਅੰਕਾਂ ਨਾਲ ਲਿਖ ਲਓ ਚਾਹੇ, ਠੀਕ ਹੈ। ਜਿਵੇਂ 5 ਹੈ, 5 ਨੂੰ ਗੁਣਾ ਕਰੋ, 5 ਗੁਣਾ 1 5 ਗੁਣਾ 2 5 ਗੁਣਾ 3 5 ਗੁਣਾ 4 5 ਗੁਣਾ 5, ਇਹ ਇਹਦੇ ਪਹਿਲੇ 5 ਗੁਣਜ ਆ ਗਏ। ਦੂਸਰਾ ਸਵਾਲ, ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਗੁਣਨਖੰਡ ਲੱਭੋ। ਇਹਦੇ ਵਿੱਚੋਂ ਉਹ ਸੰਖਿਆਵਾਂ ਲੱਭਣੀਆਂ ਜਿਹੜੀਆਂ 5 ਦੇ ਪਹਾੜੇ 'ਚ ਜਾਂ 8 ਦੇ ਪਹਾੜੇ 'ਚ ਜਾਂ 14 ਦੇ ਪਹਾੜੇ 'ਚ, ਠੀਕ ਹੈ, ਇਸ ਪਹਾੜੇ ਦੇ ਵਿੱਚ ਆਉਂਦੀਆਂ ਨੇ, ਠੀਕ ਹੈ ਨਾ। ਤਾਂ 5 ਦੇ ਪਹਾੜੇ 'ਚ ਹਰੇਕ ਪੰਜਵੀਂ ਸੰਖਿਆ ਜਾਨੀ 5 ਹੀ ਆਊਗਾ, ਠੀਕ ਹੈ। ਇਸ ਬਾਕਸ ਦੇ ਵਿੱਚੋਂ ਇਦਾਂ ਆਪਾਂ ਲੱਭਦੇ ਨੇ। ਥਰਡ ਹੈ ਜੀ, ਹੇਠ ਦਿੱਤੀਆਂ ਸੰਖਿਆਵਾਂ ਦੇ ਗੁਣਨਖੰਡ ਲਿਖੋ। ਹੁਣ ਇਹਨਾਂ ਦੇ ਗੁਣਨਖੰਡ ਲਿਖਣੇ ਨੇ। ਗੁਣਨਖੰਡ ਕਿੱਦਾਂ ਲਿਖੇ ਜਾਣਗੇ ਬੇਟਾ? ਜਿੱਦਾਂ 18 ਤੁਸੀਂ ਲਿਖ ਲਿਆ, ਠੀਕ ਹੈ ਨਾ। ਇੱਕ ਤਾਂ ਦੇਖੋ ਹਰੇਕ ਦਾ ਗੁਣਨਖੰਡ ਹੈਗਾ, ਠੀਕ ਹੈ ਨਾ। ਤਾਂ ਆਪਾਂ ਉਹ ਸੰਖਿਆਵਾਂ ਅੱਡ ਕੱਢ ਲਾਂਗੇ ਜਿਹੜੀਆਂ 18 ਨੂੰ ਪੂਰੀਆਂ ਵੰਡ ਰਹੀਆਂ ਨੇ। ਜਿੱਦਾਂ 1 18 ਨੂੰ ਪੂਰਾ ਵੰਡ ਦੂਗੀ, ਠੀਕ ਹੈ। 2 ਵੀ 18 ਨੂੰ ਪੂਰਾ ਵੰਡ ਦੂਗੀ, ਠੀਕ ਹੈ। 3 ਦੇ ਪਹਾੜੇ 'ਚ ਦੇਖੋ 18 ਆਉਂਦਾ ਜੀ, 3 ਵੀ 18 ਨੂੰ ਪੂਰਾ ਵੰਡ ਦੂਗੀ, ਠੀਕ ਹੈ। 4 ਦੇ ਪਹਾੜੇ 'ਚ 18 ਨਹੀਂ ਆਉਂਦਾ, ਇਹਦਾ ਮਤਲਬ 4 18 ਦਾ ਗੁਣਨਖੰਡ ਨਹੀਂ ਹੈਗਾ, ਇਹਨੂੰ ਛੱਡ ਦਿਆਂਗੇ। 5 ਵੀ 18 ਦਾ ਗੁਣਨਖੰਡ ਨਹੀਂ ਹੋ ਸਕਦਾ ਕਿਉਂਕਿ 5 ਦੇ ਪਹਾੜੇ 'ਚ ਵੀ 18 ਨਹੀਂ ਆਉਂਦਾ, ਠੀਕ ਹੈ। 6 ਤੀਏ 18 ਹੁੰਦਾ ਹੈ ਨਾ, 6 ਦੇ ਪਹਾੜੇ 'ਚ ਆਉਂਦਾ, ਇਹਦਾ ਮਤਲਬ 6 ਹੈ ਜਿਹੜਾ ਉਹ 18 ਦਾ ਗੁਣਨਖੰਡ ਹੈਗਾ, ਠੀਕ ਹੈ। 7 ਨਹੀਂ ਹੈਗਾ ਜੀ, 8 ਇਹ ਵੀ ਨਹੀਂ ਹੈ, 9 18 ਦਾ ਗੁਣਨਖੰਡ ਹੈ ਕਿਉਂਕਿ 9 ਦੇ ਪਹਾੜੇ 'ਚ 18 ਆਉਂਦਾ ਹੈ। ਦੇਖੋ 9 ਹੈ ਜਿਹੜਾ ਉਹ 18 ਦਾ ਅੱਧ ਵੀ ਹੈ, ਠੀਕ ਹੈ। ਗੁਣਨਖੰਡ ਅੱਧ ਤੱਕ ਲੈ ਜਾਓ ਤੁਸੀਂ, ਉਦੋਂ ਬਾਅਦ 18 ਖੁਦ ਹੋ ਜਾਊਗਾ ਬਸ, ਠੀਕ ਹੈ ਨਾ। ਹਰੇਕ ਸੰਖਿਆਵਾਂ ਦੇ ਵਿੱਚ ਇਹੀ ਹੈ, ਉਹਨਾਂ ਦੇ ਅੱਧ ਤੱਕ ਲੈ ਜਾਓ ਤੇ ਉਦੋਂ ਬਾਅਦ ਉਹ ਸੰਖਿਆਵਾਂ ਖੁਦ ਗੁਣਨਖੰਡ ਬਣ ਜਾਣਗੀਆਂ। ਇਹ ਸਵਾਲ ਇਸ ਤਰ੍ਹਾਂ ਕੱਢਣੇ ਨੇ ਆਪਾਂ ਨੇ, ਠੀਕ ਹੈ। ਇੱਕ ਤਰੀਕਾ ਹੋਰ ਵੀ ਹੈ ਗੁਣਨਖੰਡ ਕੱਢਣ ਦਾ, ਉਹ ਮੈਂ ਹਜੇ ਤੁਹਾਨੂੰ ਅਗਲੀ ਲੜੀ ਦੇ ਵਿੱਚ ਜਾ ਕੇ ਸਿਖਾਊਂਗਾ, ਠੀਕ ਹੈ। ਇਹ ਫਿਲਹਾਲ ਇਹਦੇ ਵਿੱਚ ਆਪਾਂ ਨੇ ਇਦਾਂ ਹੀ ਕਰਨਾ, 1 ਤੋਂ ਲੱਗ ਜਾਣਾ ਸ਼ੁਰੂ ਹੋ ਕੇ ਉਸ ਸੰਖਿਆ ਤੱਕ ਆਪਾਂ ਨੇ ਇਸੇ ਤਰ੍ਹਾਂ ਕਰਕੇ ਦੇਖਣਾ। ਚੌਥਾ ਸਵਾਲ, ਹੇਠ ਦਿੱਤੀਆਂ ਸੰਖਿਆਵਾਂ ਦੇ ਸਮੂਹ ਵਿੱਚੋਂ ਜਿਸਤ ਸੰਖਿਆਵਾਂ ਲੱਭੋ। ਹੁਣ ਤੁਸੀਂ ਬਹੁਤ ਈਜ਼ੀਲੀ ਜਿਸਤ ਸੰਖਿਆਵਾਂ ਲੱਭ ਲਓਗੇ ਬੇਟਾ। ਇਹਨਾਂ ਸੰਖਿਆਵਾਂ ਦੇ ਇਕਾਈ ਦਾ ਅੰਕ ਦੇਖ ਲਓ ਵੀ ਜੇਕਰ ਉਹ 2 4 6 8 ਇਹਨਾਂ ਦੇ ਵਿੱਚੋਂ 1 ਹੈ ਜਾਂ 0, ਠੀਕ ਹੈ, ਇਹਨਾਂ ਦੇ ਵਿੱਚੋਂ 1 ਹੈ ਤਾਂ ਉਹ ਜਿਸਤ ਸੰਖਿਆ ਹੈ, ਨਹੀਂ ਤਾਂ ਉਹ ਜਿਸਤ ਸੰਖਿਆ ਨਹੀਂ ਹੈਗੀ, ਠੀਕ ਹੈ। ਪੰਜਵਾਂ ਸਵਾਲ ਹੈ ਜੀ, ਇਹਦੇ ਵਿੱਚ ਆਪਾਂ ਟਾਂਕ ਸੰਖਿਆਵਾਂ ਲੱਭਣੀਆਂ ਨੇ। ਟਾਂਕ ਸੰਖਿਆਵਾਂ ਲੱਭਣ ਦੇ ਵਿੱਚ ਆਪਾਂ ਨੂੰ ਕੀ ਕਰਨਾ ਪੈਂਦਾ ਹੁੰਦਾ ਹੈ? ਇਕਾਈ ਦਾ ਅੰਕ 1 3 5 7 9 ਇਹ ਲੱਭਣਾ ਹੁੰਦਾ ਹੈ, ਠੀਕ ਹੈ। ਉਹ ਟਾਂਕ ਸੰਖਿਆਵਾਂ ਹੋ ਜਾਣਗੀਆਂ। ਅੱਗੇ ਚੱਲੋ ਜੀ, 6ਵਾਂ ਸਵਾਲ ਹੈ, ਖਾਲੀ ਥਾਵਾਂ ਭਰੋ। ਇਹ ਖਾਲੀ ਥਾਵਾਂ ਭਰਨੀਆਂ ਨੇ ਜੀ। 4 ਗੁਣਾ 9 ਬਰਾਬਰ ਹੈ 36, ਵਿੱਚ 36 ਦੇ ਗੁਣਨਖੰਡ ਹਨ ਡੈਸ਼ ਅਤੇ ਡੈਸ਼, ਜਾਨੀ 4 ਅਤੇ 9 ਇਸ ਖਾਲੀ ਥਾਂ ਦੇ ਵਿੱਚ ਭਰਿਆ ਜਾਊਗਾ, ਠੀਕ ਹੈ। ਜਿਵੇਂ B ਹੈ, ਇਹ ਵੀ ਤੁਸੀਂ ਆਪਣੇ ਆਪ ਦੇਖਣਾ ਹੁਣ, ਠੀਕ ਹੈ, E ਤੱਕ। ਅੱਗੇ ਠੀਕ ਗਲਤ ਨੇ ਜੀ। 7ਵਾਂ, 24 ਦਾ ਗੁਣਨਖੰਡ ਹੈ, ਹਾਂਜੀ ਹੈਗਾ, ਬਿਲਕੁਲ ਹੈਗਾ। ਸੰਖਿਆ 2 ਹਰੇਕ ਸੰਖਿਆ ਦਾ ਗੁਣਨਖੰਡ ਹੈ, ਹਰੇਕ ਦਾ ਨਹੀਂ ਕਹਿ ਸਕਦੀ ਬੇਟਾ, ਠੀਕ ਹੈ ਨਾ।
हरेक का नहीं कह सकते बेटा, ठीक है ना, तो यही गलत है। 24 जिस्त संख्या है, हाँ जी है, ठीक है भी। 134 टांक संख्या है, नहीं है, ये भी गलत है, ठीक है। हरेक संख्या के गुणज अनंत होंदे हन, ठीक है बेटा, ये भी। 36 5 ਅਤੇ 7 ਦਾ ਗੁਣਜ ਹੈ, 7 ਤੇ 5 ਨੂੰ ਗੁਣਾ ਕਰਕੇ 36 ਪ੍ਰਾਪਤ ਹੁੰਦਾ ਹੈ? ਨਹੀਂ ਹੁੰਦਾ ਨਾ, ਠੀਕ ਹੈ। ਇਹਦਾ ਮਤਲਬ ਇਹ ਗਲਤ ਹੈ, ਐਫ ਹੈ ਜਿਹੜਾ ਗਲਤ ਹੈ। ਜੀ ਹੈ, ਦੋ ਜਿਸਤ ਸੰਖਿਆਵਾਂ ਦਾ ਜੋੜਫਲ ਹਮੇਸ਼ਾ ਟਾਂਕ ਹੁੰਦਾ ਹੈ, ਗਲਤ ਹੈ बेटा। सब तो छोटी जिस्त संख्या 0 है, नहीं जी, 0 ना टांक है ना जिस्त है, ये भी गलत है, ठीक है। 152 टांक संख्या है, नहीं, ये तो जिस्त संख्या है, ये भी गलत हो गया। एक अंक वालियां जिस्त संख्यावां 5 हैं, एक अंक वालियां जिस्त संख्यावां 5 ही ने, नहीं जी, बहुत हो सकदियां ने, ठीक है, ये भी गलत हो गया। अच्छा जी, गुणनखंड पैटर्न समझो तो करो। हुण आ पैटर्न नूं तुसीं समझना है, जिहड़ा 12 है वो 4 ते 3 नूं गुणा करके 12 प्राप्त होया है, जिहड़ा 4 है वो 2 ते 2 नूं गुणा करके प्राप्त होया है, जिहड़ा 3 है, ठीक है, वो 1 नाल ही गुणा करके प्राप्त हो सकदा। जो कोई 1 नाल ही गुणा करके प्राप्त होंदा उत्थे छड्डता इन्हां ने, ठीक। इदां तुसीं 18 दा कढना, इदां तुसीं 20 दा कढना है, ठीक है, अपने आप करके देखियो। ये अगला पैटर्न समझो अते करो। हुण अपने पैटर्न नूं समझना, अगे अपने ये खुद हल करना है, ठीक है। पैटर्न की कह रहे सानू? हाँ जी, पैटर्न कह रहे हैं भी 13 तीए 39, जे 13 ਨੂੰ 3 ਨਾਲ ਗੁਣਾ ਕਰੀਏ ਤਾਂ 39 ਪ੍ਰਾਪਤ ਹੋ ਜਾਂਦਾ ਹੈ, ਠੀਕ ਹੈ ਨਾ। ਅੱਗੇ ਆਪਣਾ ਕਿਹੜਾ ਕਿਹੜਾ ਪ੍ਰਾਪਤ ਹੋ ਸਕਦਾ, ਦੇਖੋ 19 ਨੂੰ ਜੇ 2 ਨਾਲ ਗੁਣਾ ਕਰੀਏ ਤਾਂ 38 ਪ੍ਰਾਪਤ ਹੋ ਸਕਦਾ ਹੈ, ਠੀਕ ਹੈ ਨਾ। ਤਾਂ ਆਪਾਂ ਕੀ ਕਰਾਂਗੇ, 2 ਨੂੰ ਪਹਿਲਾਂ 19 ਨਾਲ, ਠੀਕ ਹੈ, ਉੱਥੋਂ 38 ਨਾਲ ਮਿਲਾ ਦਾਂਗੇ, ਠੀਕ ਹੈ ਨਾ। ਅੱਛਾ, ਇਸੇ ਤਰ੍ਹਾਂ ਹੀ ਆਪਾਂ ਕਰ ਸਕਦੇ ਹਾਂ, ਇੱਕ ਇਹਨਾਂ ਨੇ ਦਿੱਤਾ ਹੀ ਹੋਇਆ ਆਪਾਂ ਨੂੰ, ਹੋਰ ਕਰ ਸਕਦੇ ਹਾਂ ਆਪਾਂ, ਦੇਖੋ 17 5 85 ਹੁੰਦਾ ਨਾ, ठीक है ना। जे आप 17 ਨੂੰ 5 ਨਾਲ ਮਿਲਾ ਦਈਏ तो उदू 85 ਨਾਲ ਮਿਲਾ ਦਈਏ, ठीक है, ये भी प्राप्त हो जाएगा अपन, ठीक है। अगला देखो 11 7 77, देखो 11 ਨੂੰ 70, ठीक है जी। 10वां सवाल देखो, समझो ते करो। ये तुसी खुद देखना बेटा भी ਇਹਦੇ 'ਚ ਕੀ करना, चंगा, मैं नहीं दसदा, ये ਤੁਹਾਨੂੰ दिख रहा है साफ, जोटे बना के दसता उन्होंने, ठीक है ना। तो एक आ जरूर पढ़ लो, स्टिल करके ना, ये जरूर पढ़ लियो, जिस्त ਅਤੇ टांक संख्यावां बारे, ठीक है। कि 2 4 6 8 ਅਤੇ 0 जिस दे पिछे लग जावे, संख्या ਉਹ जिस्त है हुंदी जिन्नी मर्जी वध जावे। 1 3 5 7 ਅਤੇ 9 जिस दे पिछे आवन, संख्या जिन्नी मर्जी वध जे, टांक ਉਹ ਅਖਵਾਵਣ, ठीक है जी। ਅੱਗੇ ਆ ਗੁਣਨਫਲ, ਗੁਣਨਖੰਡ ਅਤੇ ਗੁਣਜ। ਕੁਝ ਸੰਖਿਆਵਾਂ ਦੀ ਗੁਣਾ ਕਰਨ ਤੇ ਉੱਤਰ ਹੈ ਜੋ ਆਉਂਦਾ, ਉਹ ਉੱਤਰ ਹੀ ਉਹਨਾਂ ਸੰਖਿਆਵਾਂ ਦਾ ਗੁਣਨਫਲ ਅਖਵਾਉਂਦਾ। ਗੁਣਨਫਲ ਦੀਆਂ ਉਹੀ ਸੰਖਿਆਵਾਂ ਫਿਰ ਗੁਣਨਖੰਡ ਅਖਵਾਉਂਦੇ, ਗੁਣਨਫਲ ਫਿਰ ਖੁਦ ਉਹਨਾਂ ਦਾ ਗੁਣਜ ਆਪੇ ਬਣ ਜਾਂਦੇ, ਠੀਕ ਹੈ ਜੀ। ਹਾਂਜੀ, ਨੈਕਸਟ ਹੈ ਆਪਣਾ ਅਭਿਆਸ 3.2, ਠੀਕ ਹੈ। ਅਭਿਆਸ 3.2 ਤੋਂ ਪਹਿਲਾਂ ਮੈਂ ਨਾ ਤੁਹਾਨੂੰ ਇੱਕ ਅਭਾਜ ਸੰਖਿਆਵਾਂ ਲੱਭਣੀਆਂ ਕਿਵੇਂ ਹੁੰਦੀਆਂ ਨੇ, ਠੀਕ ਹੈ, ਇਹਨਾਂ ਬਾਰੇ ਕੁਝ ਸਮਝਾਉਣਾ। ਚਲੋ ਆਪਾਂ ਕਰਦੇ ਹਾਂ ਇਸ ਬਾਰੇ, ਠੀਕ ਹੈ। ਦੇਖੋ, ਅਭਿਆਸ ਕਰਨ ਤੋਂ ਪਹਿਲਾਂ ਆਪਾਂ ਨੇ ਜੋ ਕਰਨਾ ਹੈ ਉਹ ਹੈ ਅਭਾਜ ਸੰਖਿਆਵਾਂ ਕਿਵੇਂ ਲੱਭੀ ਦੀਆਂ ਨੇ, ਠੀਕ ਹੈ। ਪਹਿਲਾਂ ਤਾਂ ਅਭਾਜ ਸੰਖਿਆਵਾਂ ਹੁੰਦੀਆਂ ਕੀ ਨੇ, ਠੀਕ ਹੈ। ਪਹਿਲਾਂ ਤਾਂ ਇਹ ਦੇਖੋ, ਹਾਂਜੀ, ਅਭਾਜ ਸੰਖਿਆਵਾਂ ਬੇਟਾ ਕੀ ਹੁੰਦੀਆਂ ਨੇ? ਅਭਾਜ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਨੇ ਜੋ ਜਾਂ ਤਾਂ ਆਪਣੇ ਆਪ ਤੇ ਵੰਡੀਆਂ ਜਾ ਸਕਣ, ਠੀਕ ਹੈ, ਤੇ ਜਾਂ ਫਿਰ ਉਹਨਾਂ ਨੂੰ ਇੱਕ ਵੰਡ ਦਿੰਦੀ ਹੈ, ਠੀਕ ਹੈ, ਉਹ ਅਭਾਜ ਸੰਖਿਆਵਾਂ ਹੁੰਦੀਆਂ। ਇਸ ਤੋਂ ਇਲਾਵਾ ਗਿਣਤੀ ਦੇ ਵਿੱਚ ਕੋਈ ਵੀ ਪਹਾੜਾ ਉਹਨਾਂ ਸੰਖਿਆਵਾਂ ਨੂੰ ਵੰਡ ਨਹੀਂ ਸਕਦਾ, ਠੀਕ ਹੈ। ਉਹਨਾਂ ਨੂੰ ਆਪਾਂ ਅਭਾਜ ਸੰਖਿਆਵਾਂ ਕਹਿੰਦੇ ਹਾਂ, ਜਿਵੇਂ 2 3 5 7, ਠੀਕ ਹੈ, ਇਹ ਅਭਾਜ ਸੰਖਿਆਵਾਂ ਨੇ ਬੇਟਾ, ਠੀਕ ਹੈ। ਹੁਣ ਇਹਨਾਂ ਨੂੰ ਲੱਭਣਾ ਕਿਵੇਂ ਹੈ, ਗਿਣਤੀ ਦੇ ਵਿੱਚ ਅੱਗੇ ਆਪਾਂ ਕਿਵੇਂ ਲੱਭ ਸਕਦੇ ਹਾਂ ਅਭਾਜ ਸੰਖਿਆਵਾਂ? ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ, ਉਹ ਦੇਖੋ। ਹਾਂਜੀ, ਮੰਨ ਲਓ ਮੈਂ 50 ਤੱਕ ਦੀ ਇੱਕ ਗਿਣਤੀ ਦੇ ਵਿੱਚੋਂ ਅਭਾਜ ਸੰਖਿਆਵਾਂ ਜਿਹੜੀਆਂ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਆਪਾਂ ਨੇ ਕੀ ਕਰਨਾ? ਦੇਖੋ, ਜਿਹੜੀ 1 ਹੈ ਨਾ, ਇਹ ਨਾ ਤਾਂ ਅਭਾਜ ਹੈ ਤੇ ਨਾ ਹੀ ਆਪਾਂ ਇਹਨੂੰ ਭਾਜ ਸੰਖਿਆ ਕਹਿੰਦੇ ਆ, ਇਹ ਅਲੱਗ ਹੈ ਇਸ ਕੈਟਾਗਰੀ ਚੋਂ, ਠੀਕ ਹੈ। ਇਹ ਤੇ ਆਪਾਂ ਪਹਿਲਾਂ ਹੀ ਰਾਉਂਡ ਕਰਤਾ, ਠੀਕ ਹੈ। ਹੁਣ ਉਸ ਤੋਂ ਅੱਗੇ ਸੰਖਿਆ ਕਿਹੜੀ ਹੈਗੀ? 2। ਤਾਂ 2 ਬੇਟਾ ਸਭ ਤੋਂ ਛੋਟੀ ਅਭਾਜ ਸੰਖਿਆ ਮੰਨੀ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਦੇਖੋ, ਹੁਣ ਆਪਾਂ 2 ਨੂੰ ਰਾਉਂਡ ਕਰਦੇ ਨੇ,
ठीक है। तो उस तो बाद की करना है, हरेक दूजी संख्या जिहड़ी ਉਹਨੂੰ ਆਪਾਂ ਕੱਟ देना है, ਇਹਨੂੰ 2 ਨੂੰ ਰਾਉਂਡ ਕਰਕੇ ਨਾ, ਜਾਨੀ ਜਿਹੜੀ ਇਹਨੂੰ 2 ਵੰਡ ਸਕਦੀ ਹੈ ਉਹ ਸਾਰੀਆਂ ਸੰਖਿਆਵਾਂ ਜਾਨੀ ਜਿਸਤ ਸੰਖਿਆਵਾਂ ਸਾਰੀਆਂ ਹੀ ਕੱਟ ਦੇਣੀਆਂ ਨੇ। ਠੀਕ ਹੈ। 2 ਤੋਂ 1 ਛੱਡ ਕੇ, 2 ਤੋਂ ਬਾਅਦ ਆਪਾਂ 1 ਛੱਡ ਕੇ 4 ਕੱਟਤੀ, ਫਿਰ 1 ਛੱਡ ਕੇ 6 ਕੱਟਤੀ, ਫਿਰ 8 ਕੱਟਤੀ, ਫਿਰ 10 ਕੱਟਤੀ, 12 ਕੱਟਤੀ, 14 ਕੱਟਤੀ, 16, 18, 20, 22, 24, 26, 28, 30, 32, 34, 36, 38, 40, 42, 44, 46, 48 ਤੇ 50। ਠੀਕ ਹੈ। ਇਸ ਤਰ੍ਹਾਂ ਆਪਾਂ 2 ਦੀਆਂ ਜਿਹੜੀਆਂ ਸੰਖਿਆਵਾਂ ਸੀ, ਜਿਹੜੀਆਂ ਸੰਖਿਆਵਾਂ ਨੂੰ 2 ਵੰਡ ਸਕਦਾ ਸੀ, ਉਹ ਸਾਰੀਆਂ ਆਪਾਂ ਇਹਦੇ ਵਿੱਚੋਂ ਕੱਟਤੀਆਂ। ਉਸ ਤੋਂ ਬਾਅਦ ਕੀ ਰਹਿ ਗਿਆ, 2 ਦੇ ਨਾਲ 3, 3 ਨੂੰ ਆਪਾਂ ਰਾਉਂਡ ਕਰ ਦਿਓ। ਠੀਕ ਹੈ। ਹੁਣ ਹਰੇਕ ਤੀਜੀ ਸੰਖਿਆ ਜਿਹੜੀ ਉਹ ਕੱਟੀ ਜਾਓ, ਹਰੇਕ ਤੀਜੀ 2 ਤੋਂ ਬਾਅਦ, ਜਿਵੇਂ 2 ਤੋਂ ਬਾਅਦ 1 2 3, ਤੀਜੀ ਇਹ ਹੈ ਨਾ, ਇਹ ਤਾਂ ਪਹਿਲਾਂ ਹੀ ਕੱਟੀ ਵੀ ਹੈ, ਅੱਗੇ ਦੇਖਦੇ ਹਾਂ 1 2 3, ਤੀਜੀ ਇਹ ਹੈ, ਇਹ ਕੱਟੀ ਨਹੀਂ ਹੋਈ, ਇਹਨੂੰ ਕੱਟ ਦਿਓ। ਠੀਕ ਹੈ। ਫਿਰ 1 2 3 ਕੱਟੀ ਪਈ ਹੈ, ਰਹਿਣ ਦਿਓ। 1 2 3 ਕੱਟੀ ਨਹੀਂ ਹੈ, ਕੱਟ ਦਿਓ। 1 2 3 ਇਹ ਕੱਟੀ ਪਈ ਹੈ, ਰਹਿਣ ਦਿਓ। 1 2 3 नहीं कट्टी हुई कट दो। 1 2 3 कट्टी पी है, रहन दो। 1 2 3 ये नहीं कट्टी, कट दो। 1 2 3 कट्टी पी है, रहन दो। 1 2 3 नहीं कट्टी, कट दो। 1 2 3 कट्टी पी है, रहन दो। 1 2 3 नहीं कट्टी, कट दो। 1 2 3 कट्टी पई है, 1 2 3 नहीं कट्टी, कट दो। 1 2 3 कट्टी पई है, 1 2 अगे अपने को है नहीं गिनती, जे हुंदी तां आपां 51 ਨੂੰ ਕੱਟ ਦਿੰਦੇ। ਠੀਕ ਹੈ। ਅੱਛਾ, ਉਸ ਤੋਂ ਅੱਗੇ ਆਪਾਂ ਆ ਗਏ, ਦੇਖੋ 4 ਕੱਟਿਆ ਹੋਇਆ, ਉਦੋਂ ਅੱਗੇ ਕੀ ਰਹਿ ਗਿਆ 5। ਇਹ ਆਪਾਂ ਨੇ ਅੰਕਾਂ ਨਾਲ ਹੀ ਕਰਨਾ ਹੈ। ਠੀਕ ਹੈ। ਪਹਿਲੇ 10 ਅੰਕਾਂ ਤੱਕ ਹੀ ਲਿਖਣੀਆਂ ਨੇ, ਜਿਹੜੀ ਆਪਾਂ ਰਹਿ ਜੂਗੀ ਉਹਨੂੰ ਰਾਉਂਡ ਕਰਦੇ ਜਾਵਾਂਗੇ, ਇੱਕ ਆਪਰੇਸ਼ਨ ਕਰਨ ਤੋਂ ਬਾਅਦ ਉਦੋਂ ਬਾਕੀ ਕੱਟਦੇ ਜਾਵਾਂਗੇ। ਠੀਕ ਹੈ। ਹੁਣ ਦੇਖੋ 5, ਤਾਂ ਹਰੇਕ 5ਵੀਂ ਸੰਖਿਆ ਹੁਣ ਆਪਾਂ ਕੱਟ ਦੇਣੀ ਹੈ। 5 ਤੋਂ ਬਾਅਦ 5ਵੀਂ ਸੰਖਿਆ 10 ਆਉਂਦੀ ਹੈ, ਕੱਟੀ ਪਈ ਹੈ। 10 ਤੋਂ ਬਾਅਦ 5ਵੀਂ ਸੰਖਿਆ 15 ਆਉਂਦੀ ਹੈ, ਕੱਟੀ ਪਈ ਹੈ। 15 ਤੋਂ ਬਾਅਦ 5ਵੀਂ ਸੰਖਿਆ 20 ਆਉਂਦੀ ਹੈ, ਕੱਟੀ ਪਈ ਹੈ। 20 ਤੋਂ ਬਾਅਦ 5ਵੀਂ ਸੰਖਿਆ 25 ਆਉਂਦੀ ਹੈ, ਨਹੀਂ ਕੱਟੀ ਹੋਈ, ਕੱਟ ਦਿਓ। ठीक है। 25 तो बाद 5वीं संख्या 30 आती है, कट्टी पई है। 30 तो बाद 35 आती है, नहीं कट्टी हुई, कट दो। 35 तो बाद 40 आती है, कट्टी पई है। 40 तो बाद 45 आती है, कट्टी हुई है। 45 तो बाद 50 आती है, ठीक है, वो भी कट्टी हुई है। ठीक है। 5 का ऑपरेशन भी हो गया। तो उस तो बाद की होया, अगे 7 अपन को रह गया। देखो बाकी सारे कट्टे हो गए ना, 1 तो लैके 10 तक, अगे 7 रह गया। तो आप 7 नूं भी राउंड कर देंगे, तो हरेक 7वीं संख्या कट देंगे। 7वीं संख्या देखो 1 2 3 4 5 6, 7वीं आ कट्टी हुई है। फिर लग जाओ 1 2 3 4 5 6, 7वीं कट्टी हुई है। 1 2 3 4 5 6, 7वीं कट्टी हुई है। 1 2 3 4 5 6, 7वीं कट्टी हुई है। 1 2 3 4 5 6, 7वीं कट्टी हुई है। 1 2 3 4 5 6, 7वीं नहीं कट्टी हुई, अपन वहाँ मिल गई, ये कटती। ठीक है। हुण जी 10 ਤੋਂ ਨੀਚੇ ਵਾਲੀਆਂ ਅੰਕ ਜਿਹੜੇ 1 ਤੋਂ ਲੈ ਕੇ 9 ਤੱਕ ਅੰਕ ਸੀ, ਉਹਨਾਂ ਦੇ ਵਿੱਚੋਂ ਆਪਾਂ ਨੂੰ ਕਿੰਨੀਆਂ ਅਭਾਜ ਸੰਖਿਆਵਾਂ ਮਿਲ ਗਈਆਂ? 1 ਨੂੰ ਰਹਿਣ ਦਿਓ। ਠੀਕ ਹੈ। 2 3 5 7 ਆ ਆਪਣੇ ਕੋਲ ਅਭਾਜ ਸੰਖਿਆਵਾਂ 10 ਤੋਂ ਨੀਚੇ ਮਿਲ ਗਈਆਂ। ਉਦੋਂ ਅੱਗੇ ਦੇਖੋ, ਠੀਕ ਹੈ, ਜਿੰਨੀਆਂ ਬਾਕੀ ਰਹਿ ਗਈਆਂ ਨਾ, ਜਿਹੜੀਆਂ ਆਪਾਂ ਨਹੀਂ ਕੱਟੀਆਂ, ਉਹਨਾਂ ਨੂੰ ਵਿੱਚੋਂ ਰਾਉਂਡ ਕਰ ਲਓ। 11 13 17 19 23 29 31 37 41 47। ठीक है। ये ਅਭਾਜ ਸੰਖਿਆਵਾਂ ਨਿਕਲੀਆਂ ਆਈਆਂ ਜੀ 50 ਤੱਕ ਦੀਆਂ। ਠੀਕ ਹੈ। ਇਸ ਤਰ੍ਹਾਂ ਤੁਸੀਂ ਗਿਣਤੀ 'ਚ ਕਿਤੇ ਵੀ ਅਭਾਜ ਸੰਖਿਆਵਾਂ ਪਤਾ ਕਰ ਸਕਦੇ ਹੋ। ਆਪਾਂ ਨੂੰ ਜਿਸ ਦਾ ਤਾਂ ਪਤਾ ਲੱਗ ਹੀ ਜਾਂਦਾ ਹੁੰਦਾ। ਠੀਕ ਹੈ। ਆਪਾਂ 2 ਤੋਂ ਹੀ ਆਪਰੇਸ਼ਨ ਕਰਨਾ ਸ਼ੁਰੂ ਕਰਨਾ। ਠੀਕ ਹੈ ਨਾ, 1 ਤਾਂ ਇਹਦੀ ਕੈਟਾਗਰੀ 'ਚ ਹੀ ਨਹੀਂ ਆਉਂਦਾ। ਠੀਕ ਹੈ। ਤਾਂ ਆਪਾਂ 2 ਤੋਂ ਹੀ ਆਪਰੇਸ਼ਨ ਕਰਨਾ ਸ਼ੁਰੂ ਕਰਨਾ ਹੁੰਦਾ। ਤਾਂ ਆਪਾਂ ਕੀ ਕਰੋ, ਜਿੱਥੇ ਵੀ ਅਗਲੇ ਨੇ ਆਪਾਂ ਨੂੰ ਦੱਸਤਾ ਵੀ, ਮੰਨ ਲਓ ਕਿਸੇ ਨੇ ਕਹਿਤਾ ਤੁਹਾਨੂੰ 125 ਤੋਂ ਲੈ ਕੇ 145 ਤੱਕ ਦੀਆਂ ਅਭਾਜ ਸੰਖਿਆਵਾਂ ਪਤਾ ਕਰੋ, ਤਾਂ ਤੁਸੀਂ 125 ਤੋਂ ਲੈ ਕੇ 145 ਤੱਕ ਗਿਣਤੀ ਲਿਖ ਲਓ। ਠੀਕ ਹੈ। ਤੇ ਉਸ ਤੋਂ ਬਾਅਦ 125 ਤੋਂ ਬਾਅਦ ਜਿਸ ਸੰਖਿਆ ਕਿਹੜੀ ਹੈ 126 ਨੂੰ ਕੱਟ ਕੇ ਦੂਜੀ ਸੰਖਿਆ ਕੱਟੀ ਜਾਓ। ਠੀਕ ਹੈ। ਉਸ ਤੋਂ ਅੱਗੇ ਫਿਰ ਹਰੇਕ ਤੀਜੀ ਕੱਟੀ ਜਾਓ, ਫਿਰ ਹਰੇਕ 5ਵੀਂ ਕੱਟੀ ਜਾਓ, ਫਿਰ ਹਰੇਕ 7ਵੀਂ ਕੱਟੀ ਜਾਓ। ਇਸ ਤਰ੍ਹਾਂ ਤੁਹਾਨੂੰ ਜਿਹੜੀਆਂ ਅਭਾਜ ਸੰਖਿਆਵਾਂ ਨੇ ਉਹ ਪ੍ਰਾਪਤ ਹੋ ਜਾਣਗੀਆਂ। ਠੀਕ ਹੈ ਬੇਟਾ। ਆਓ ਹੁਣ ਆਪਾਂ ਅੱਗੇ ਚੱਲੀਏ। ਚਲੋ ਹੁਣ ਆਪਾਂ ਕਰਦੇ ਹਾਂ ਅਭਿਆਸ 3.2। ਅਭਿਆਸ 3.2 ਦੇ ਵਿੱਚ ਪਹਿਲਾ ਸਵਾਲ ਹੈ
ਹੇਠ ਲਿਖੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਅਭਾਜ ਸੰਖਿਆਵਾਂ ਚੁਣੋ। ਠੀਕ ਹੈ, ਇਹ ਦੇਖੋ ਬਈ, ਇਹ ਮੈਂ ਤੁਹਾਨੂੰ ਹੁਣੀ ਦੱਸ ਕੇ ਹਟਿਆ। ਠੀਕ ਹੈ, ਇਹਨਾਂ ਦੇ ਵਿੱਚੋਂ ਆਪਾਂ ਨੇ ਅਭਾਜ ਸੰਖਿਆਵਾਂ ਚੁਣਨੀਆਂ ਨੇ। ਜਿਵੇਂ ਇਹ ਹੈ 12 8 5 7 6 3, ਇਹਦੇ ਵਿੱਚੋਂ ਕਿਹੜੀਆਂ ਕਿਹੜੀਆਂ ਅਭਾਜ ਸੰਖਿਆਵਾਂ ਨੇ? ਇਹਦੇ ਵਿੱਚੋਂ 5 7 ਤੇ 3 ਅਭਾਜ ਸੰਖਿਆਵਾਂ ਨੇ, ਆਪਾਂ ਹੁਣੀ ਕਰਕੇ ਹਟਿਆ। ਠੀਕ ਹੈ, ਇਸ ਤਰ੍ਹਾਂ ਇਹ ਸਵਾਲ ਤੁਸੀਂ ਆਪਣੇ ਆਪ ਹੱਲ ਕਰਨਾ ਬੇਟਾ, ਪਹਿਲਾ ਸਵਾਲ। ਠੀਕ ਹੈ, ਦੂਸਰੇ ਸਵਾਲ ਦੇ ਵਿੱਚ ਕੀ ਹੈ? ਹੇਠ ਲਿਖੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਭਾਜ ਸੰਖਿਆਵਾਂ ਚੁਣੋ ਅਤੇ ਲਿਖੋ। ਹੁਣ ਇਹਨਾਂ ਵਿੱਚੋਂ ਭਾਜ ਲਿਖਣੀਆਂ ਨੇ, ਅਭਾਜ ਨੂੰ ਤੁਸੀਂ ਅਲੱਗ ਕਰ ਲਓ, ਭਾਜ ਲਿਖ ਦਿਓ। ਠੀਕ ਹੈ, ਜਿਵੇਂ ਆਪਾਂ ਪਹਿਲਾ ਸਵਾਲ ਕਰਿਆ ਉਵੇਂ ਆਪਾਂ ਦੂਸਰਾ ਸਵਾਲ ਕਰ ਦਿਆਂਗੇ। ਹਾਂਜੀ, ਅਗਲਾ ਸਵਾਲ, ਤੀਸਰਾ ਸਵਾਲ, ਹੇਠ ਦਿੱਤੀਆਂ ਸੰਖਿਆਵਾਂ ਦਾ ਮੰਮਾ ਸੱਸਾ ਬਾਬਾ ਗੁਣਨਖੰਡ ਵਿਧੀ ਰਾਹੀਂ ਪਤਾ ਕਰੋ। ਹੁਣ ਮੈਂ ਆਉਣਾ ਗੁਣਨਖੰਡ ਵਿਧੀ ਅਸਲ 'ਚ ਹੁੰਦੀ ਕੀ ਹੈ। ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਤੁਸੀਂ ਗੁਣਨਖੰਡ ਕਰਕੇ ਆਏ ਪਿੱਛੇ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਵੀ ਗੁਣਨਖੰਡ ਅਸਲ 'ਚ ਕਿਵੇਂ ਕਰਿਆ ਜਾਂਦਾ ਹੈ। ਠੀਕ ਹੈ, ਪਹਿਲਾਂ ਮੈਂ ਇੱਕ ਸਿੰਪਲ ਗੁਣਨਖੰਡ ਕਰਨਾ ਸਿਖਾਉਂਦਾ ਤੁਹਾਨੂੰ। ਮੰਨ ਲਓ ਮੈਂ ਇੱਕ ਸੰਖਿਆ ਲੈ ਲਈ 48। ਠੀਕ ਹੈ, ਇਹਦਾ ਗੁਣਨਖੰਡ ਕੱਢਣਾ ਹੈ। ਤਾਂ ਗੁਣਨਖੰਡ ਕਰਨ ਦੇ ਲਈ ਆਪਾਂ ਕੀ ਕਰਦੇ ਹੁੰਦੇ ਹਾਂ? ਅਭਾਜ ਗੁਣਨਖੰਡ ਵਿਧੀ ਹੁੰਦੀ ਹੈ। ਇਹਦੇ ਵਿੱਚੋਂ ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਅਭਾਜ ਸੰਖਿਆਵਾਂ ਕਿਹੜੀਆਂ ਨੇ। ਜਿਵੇਂ ਅਭਾਜ ਸੰਖਿਆਵਾਂ ਕਿਹੜੀਆਂ ਨੇ? 2 3 5 7 11 13। ਠੀਕ ਹੈ, ਇਸ ਤਰ੍ਹਾਂ ਅੱਗੇ ਚੱਲਦੀਆਂ ਨੇ। ਠੀਕ ਹੈ, ਆਪਾਂ ਨੇ ਇੰਨਾ ਹੀ ਸੰਖਿਆਵਾਂ ਤੇ ਭਾਗ ਕਰਕੇ ਦੇਖਣਾ ਹੈ ਇਹਨੂੰ ਵੀ ਇਹ ਪੂਰਾ ਪੂਰਾ ਵੰਡਿਆ ਜਾਊਗਾ। ਠੀਕ ਹੈ, ਤਾਂ ਆਪਾਂ ਦੇਖ ਕੇ ਸੰਖਿਆ ਦੇਖ ਕੇ ਹੀ ਅੰਦਾਜ਼ਾ ਲਾਉਣਾ ਹੈ ਵੀ ਇਹ ਪੂਰਾ ਪੂਰਾ ਵੰਡਿਆ ਜਾਊਗਾ ਕਿ ਨਹੀਂ। ਤਾਂ ਡਿਵੀਜ਼ੀਬਿਲਟੀ ਪਤਾ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ? ਦੇਖੋ ਵੀ 2 ਦਾ ਤਾਂ ਆਪਾਂ ਇਹ ਦੇਖ ਲੈਂਦੇ ਹੁੰਦੇ ਹਾਂ ਵੀ ਸੰਖਿਆ ਦਾ ਇਕਾਈ ਦਾ ਅੰਕ ਜੇ ਜਿਸਤ ਹੈ ਨਾ ਤਾਂ ਸੰਖਿਆ 2 ਤੇ ਵੰਡੀ ਜਾਊਗੀ। ਬਸ ਆਪਾਂ ਸੰਖਿਆ ਦੇਖ ਕੇ ਦੱਸ ਦਿੰਦੇ ਹਾਂ ਵੀ ਜੇ ਜਿਸਤ ਸੰਖਿਆ ਹੈ ਤਾਂ 2 ਤੇ ਵੰਡੀ ਜਾਊਗੀ। ਠੀਕ ਹੈ, ਤਾਂ 3 ਦਾ ਦੇਖੋ, ਸੰਖਿਆ ਨੂੰ ਦੇਖ ਕੇ ਕਿਵੇਂ ਪਤਾ ਲੱਗੂਗਾ ਵੀ 3 ਤੇ ਵੰਡੀ ਜਾਊਗੀ ਕਿ ਨਹੀਂ ਵੰਡੀ ਜਾਊਗੀ? ਤਾਂ ਉਹਦੇ ਲਈ ਕੀ ਕਰਨਾ ਪਏਗਾ? ਉਹਦੇ ਲਈ ਆਪਾਂ ਨੂੰ ਸੰਖਿਆ ਦੇ ਅੰਕਾਂ ਦਾ ਜੋੜ ਕਰਕੇ ਦੇਖਣਾ ਪਊਗਾ। ਜਿਵੇਂ ਇਹ 4 ਤੇ 8, ਇਹਦੇ 2 ਅੰਕ ਨੇ ਨਾ, ਤਾਂ 4 ਤੇ 8 ਦੋਨਾਂ ਦਾ ਜੋੜ 12 ਆ ਗਿਆ। ਠੀਕ ਹੈ ਨਾ, ਤਾਂ ਇਹਨਾਂ ਦਾ ਜੋੜ 12 3 ਦੇ ਪਹਾੜੇ ਤੇ ਜਾਂਦਾ, 3 ਦੇ ਪਹਾੜੇ 'ਚ 12 ਆਉਂਦਾ। ਇਹਦਾ ਮਤਲਬ 48 ਸੰਖਿਆ ਵੀ ਪੂਰੀ 3 ਤੇ ਵੰਡੀ ਜਾਊਗੀ। 3 ਦੀ ਡਿਵੀਜ਼ੀਬਿਲਟੀ ਇਹ ਹੁੰਦੀ ਹੈ ਬੇਟਾ। ਠੀਕ ਹੈ, ਯਾਦ ਰੱਖਣਾ। ਤਾਂ 5 ਤੇ ਦੇਖਣ ਦੇ ਲਈ ਜਿਹੜੀ ਸੰਖਿਆ ਦੀ ਇਕਾਈ ਦਾ ਅੰਕ 0 ਜਾਂ 5 ਹੈ ਉਹ ਸੰਖਿਆ 5 ਤੇ ਪੂਰੀ ਵੰਡੀ ਜਾਊਗੀ। ਠੀਕ ਹੈ, ਤਾਂ ਇਸੇ ਤਰ੍ਹਾਂ ਹੀ ਅੱਗੇ ਚੱਲਦੇ ਹਾਂ। ਚਲੋ ਫਿਲਹਾਲ ਤੁਸੀਂ ਆ 3 ਤਾਂ ਜ਼ਰੂਰ ਯਾਦ ਰੱਖੋ। ਠੀਕ ਹੈ, 2 3 5। ਠੀਕ ਹੈ, 7 ਦੀ ਵੀ ਡਿਵੀਜ਼ੀਬਿਲਟੀ 11 ਦੀ ਵੀ ਹੈ। ਠੀਕ ਹੈ, ਉਹ ਚਲੋ ਅਗਲੀਆਂ ਕਲਾਸਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ। ਫਿਲਹਾਲ ਆਪਣੇ ਕੋਲੇ 2 3 5 ਤੱਕ ਹੀ ਹੈ। ਠੀਕ ਹੈ, ਹੁਣ ਮੈਂ ਇਹ ਗੁਣਨਖੰਡਾਂ ਦਾ ਸਵਾਲ ਹੈ ਜਿਹੜਾ ਉਹ ਕਰਨਾ। 48 ਦੇ ਗੁਣਨਖੰਡ ਬਣਾ ਕੇ ਦਿਖਾਉਣਾ ਤੁਹਾਨੂੰ। ਤਾਂ ਆਪਾਂ ਕੀ ਕਰਾਂਗੇ? ਇਸ ਤਰ੍ਹਾਂ ਨਾ ਸਾਈਨ ਲਗਾ ਲਾਂਗੇ। ਠੀਕ ਹੈ, ਤਾਂ ਆਪਾਂ ਕੀ ਕਰਾਂਗੇ? 48 ਅਭਾਜ ਸੰਖਿਆਵਾਂ ਦੇ ਵਿੱਚੋਂ ਸਭ ਤੋਂ ਛੋਟੀ ਸੰਖਿਆ ਤੇ ਕਿਹਤੇ ਵੰਡੀ ਜਾਂਦੀ ਹੈ? 2 ਤੇ ਵੰਡੀ ਜਾਂਦੀ ਹੈ ਨਾ ਇਹ। ਠੀਕ ਹੈ, ਤਾਂ ਆਪਾਂ ਇੱਥੇ 2 ਲਿਖ ਦਾਂਗੇ ਤੇ ਇੱਥੇ ਵੰਡ ਕੇ ਨਾ ਅਲੱਗ ਕਿਸੇ ਮਤਲਬ ਰਫ ਕੰਮ ਦੇ ਵਿੱਚ। ਤਾਂ 48 ਨੂੰ 2 ਤੇ ਵੰਡ ਕੇ ਦੇਖਿਓ ਕਿੰਨਾ ਆਜੂਗਾ। ਚਾਹੇ ਰਫ ਕੰਮ ਦੇ ਵਿੱਚ ਵੰਡ ਕੇ ਦੇਖ ਲਓ ਜਾਂ ਫਿਰ ਸਾਹਮਣੇ ਵੰਡ ਦਿਓ। 2 ਦੂਣੀ 4 ਤੇ 4 ਦੂਣੀ 8। 48 ਨੂੰ 2 ਤੇ ਵੰਡ ਕੇ 24 ਆ ਜਾਊਗਾ। ਇੱਥੇ ਫਿਰ ਆਪਾਂ ਉਸੇ ਤਰ੍ਹਾਂ ਹੀ ਲਾਈਨ ਲਗਾ ਦਾਂਗੇ। ਫਿਰ ਇਹਨੂੰ ਦੇਖਾਂਗੇ ਵੀ ਇਹ 2 ਤੇ ਵੰਡੀ ਜਾਂਦੀ ਹੈ। ਜਿਸ ਤਾਂ ਜੀ 2 ਤੇ ਵੰਡੀ ਜਾਊਗੀ। ਠੀਕ ਹੈ, ਜਿੰਨਾ ਚਿਰ 2 ਦਾ ਕੰਮ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਅਗਲੀਆਂ ਸੰਖਿਆਵਾਂ ਤੇ ਨਹੀਂ ਜਾਂਦੇ। 3 ਤੇ ਨਹੀਂ ਜਾਂਦੇ, 5 ਤੇ ਨਹੀਂ ਜਾਂਦੇ, 7 ਤੇ ਨਹੀਂ ਜਾਂਦੇ। ਠੀਕ ਹੈ, ਜੇ 2 ਤੇ ਵੰਡੀ ਜਾਂਦੀ ਹੈ ਤਾਂ 2 ਤੇ ਹੀ ਕਰੀ ਜਾਵਾਂਗੇ। ਠੀਕ ਹੈ, ਤਾਂ ਇਹਨੂੰ ਫਿਰ 2 ਤੇ ਲੱਗ ਜਾ। ਤਾਂ 2 1 ਦੂਣੀ 2 ਦੂਣੀ 4, ਇਹ 12 ਆ ਗਿਆ ਜੀ। ਫਿਰ 2 ਤੇ ਗਈ, 6 ਦੂਣੀ 12 ਹੁੰਦਾ। ਫਿਰ 2 ਤੇ ਗਈ, 3 ਦੂਣੀ 6 ਹੁੰਦਾ। ਜਦੋਂ ਨੀਚੇ ਅਭਾਜ ਸੰਖਿਆਵਾਂ ਆ ਜੇ ਨਾ ਉੱਥੇ ਆ ਕੇ ਇਹ ਸਵਾਲ ਖਤਮ ਹੋ ਗਿਆ। ਠੀਕ ਹੈ, ਤਾਂ 48 ਦੇ ਅਭਾਜ ਗੁਣਨਖੰਡ 2 ਗੁਣਾ 2 ਗੁਣਾ 2 ਗੁਣਾ 2 ਗੁਣਾ 3, ਯਾਨੀ 2 ਗੁਣਾ 2 ਗੁਣਾ 2 ਗੁਣਾ 2 ਗੁਣਾ 3 ਇਹ ਨੇ। ਠੀਕ ਹੈ ਨਾ, ਜੇ ਆਪਾਂ ਇਹਨਾਂ ਸਾਰਿਆਂ ਨੂੰ ਗੁਣਾ ਕਰਕੇ ਦੇਖਾਂਗੇ ਤਾਂ ਸਾਨੂੰ 48 ਹੀ ਪ੍ਰਾਪਤ ਹੋ ਜਾਊਗਾ। ਠੀਕ ਹੈ, ਤਾਂ ਇਸ ਤਰ੍ਹਾਂ ਆਪਾਂ ਗੁਣਨਖੰਡ ਕੱਢਣੇ ਹੁੰਦੇ ਨੇ। ਤਾਂ ਜਿਹੜਾ ਤੀਸਰਾ ਸਵਾਲ ਆ ਨਾ ਉਹ ਕਿਵੇਂ ਕਰਨਾ ਹੁਣ ਉਹ ਦੇਖੋ। ਤੀਸਰੇ ਸਵਾਲ ਦੇ ਵਿੱਚ ਇਹ ਸਵਾਲ ਹੈ ਜੀ 18 ਤੇ 27। ਠੀਕ ਹੈ, 18 ਤੇ 27 ਦਾ ਆਪਾਂ ਨੇ ਕੀ ਕਰਨਾ ਹੈ? ਅਭਾਜ ਗੁਣਨਖੰਡ ਵਿਧੀ ਰਾਹੀਂ ਮੰਮਾ ਸੱਸਾ ਬਾਵਾ ਪਤਾ ਕਰਨਾ ਹੈ। ਠੀਕ ਹੈ, ਤਾਂ ਆਪਾਂ ਇਹਨਾਂ ਦੋਨਾਂ ਸੰਖਿਆਵਾਂ ਦੇ ਅੱਡ ਪਹਿਲਾਂ ਗੁਣਨਖੰਡ ਬਣਾ ਲਓ ਅਲੱਗ-ਅਲੱਗ ਕਰਕੇ। 18 ਦਾ ਅਲੱਗ ਕਰਕੇ, ਠੀਕ ਹੈ, ਤੇ 27 ਦਾ ਅਲੱਗ ਕਰਕੇ ਇਹਨਾਂ ਦੇ ਗੁਣਨਖੰਡ ਬਣਾ ਲਓ। 18 2 ਤੇ ਗਈ ਜੀ, 9 ਆ ਗਿਆ। ਫਿਰ 2 ਤੇ ਨਹੀਂ ਜਾਂਦੀ, 3 ਤੇ ਜਾਊਗੀ, 3 ਤੇ 9। ਠੀਕ ਹੈ, ਅੱਗੇ 27 ਹੈ ਜੀ, ਇਹ 3 ਤੇ ਗਈ, 9 ਤੇ 27, ਫਿਰ 3 ਤੇ ਗਈ, 3 ਤੇ 9। ਠੀਕ ਹੈ, ਇੱਥੇ ਅਭਾਜ ਸੰਖਿਆ ਆ ਗਈ ਤਾਂ ਇੱਥੇ ਆ ਕੇ ਇਹ ਸਵਾਲ ਖਤਮ ਹੋ ਗਿਆ। ਅੱਗੇ ਦੇਖਣੇ ਕੀ ਕਰਨਾ ਆਪਾਂ ਨੇ, ਕੱਢਣਾ ਕੀ ਹੈ? ਮੰਮਾ ਸੱਸਾ ਬਾਵਾ। ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊ? ਇਹਨਾਂ ਦੋਨਾਂ ਦੇ ਜਿਹੜੇ ਗੁਣਨਖੰਡ ਨੇ, ਠੀਕ ਹੈ,
ਉਹ ਆਪਾਂ ਇੱਕ ਲਾਈਨ 'ਚ ਲਿਖ ਲਾਂਗੇ ਤਾਂ ਕਿ ਆਪਾਂ ਨੂੰ ਇਹਨਾਂ 'ਚੋਂ ਸਾਂਝੇ ਕੱਢਣੇ ਸੌਖੇ ਹੋ ਜਾਣ। 18 ਦੇ ਕੀ ਨੇ 2 ਗੁਣਾ 3 ਗੁਣਾ 3 ਤੇ 27 ਦੇ ਕੀ ਨੇ 3 ਗੁਣਾ 3 ਗੁਣਾ 3। ਤਾਂ ਆਪਾਂ ਇਹਨਾਂ ਦੇ ਵਿੱਚੋਂ ਨਾ ਠੀਕ ਹੈ ਸਾਂਝੇ ਗੁਣਨਖੰਡਾਂ ਦੀ ਘੱਟ ਤੋਂ ਘੱਟ ਸੰਖਿਆ ਅੱਡ ਕੱਢ ਲੈਣੀ ਹੈ, ਘੱਟ ਤੋਂ ਘੱਟ ਸੰਖਿਆ। ਤਾਂ ਆਪਾਂ ਉਹਨੂੰ ਲਿਖਾਂਗੇ ਕਿ ਮੰਮਾ ਸੱਸਾ ਵਾਵਾ। ਠੀਕ ਹੈ ਸਾਂਝੇ ਗੁਣਨਖੰਡ ਕਿਹੜੇ ਨੇ 3 ਇਹ 'ਚ ਵੀ ਪਿਆ 3 ਇਹ 'ਚ ਵੀ ਪਿਆ, ਪਰ ਘੱਟ ਤੀਏ ਕਿਹਦੇ 'ਚ ਨੇ ਇਹਦੇ 'ਚ ਨੇ, 2 ਤੀਏ ਨੇ ਨਾ ਇਹਦੇ 'ਚ, ਤਾਂ ਆਪਾਂ 2 ਤੀਏ ਬਾਹਰ ਕੱਢ ਲਾਂਗੇ। ਠੀਕ ਹੈ 3 ਤੇ 3 ਨੂੰ ਆਪਸ 'ਚ ਗੁਣਾ ਕਰਕੇ ਇਹ ਆ ਗਿਆ 9। ਠੀਕ ਹੈ ਤਾਂ ਇਹ ਆਪਣਾ ਆ ਗਿਆ ਜੀ ਮੰਮਾ ਸੱਸਾ ਬਾਬਾ, ਇਹ ਆਪਣੇ ਕੋਲ ਆਨਸਰ ਆ ਗਿਆ। ਠੀਕ ਹੈ 18 ਤੇ 27 ਦਾ ਮੰਮਾ ਸੱਸਾ ਬਾਬਾ 9 ਹੈ। ਅਭਾਜ ਗੁਣਨਖੰਡ ਵਿਧੀ ਰਾਹੀਂ ਇਹ ਮੈਥਡ ਰਾਹੀਂ ਇਸ ਤਰ੍ਹਾਂ ਆਨਸਰ ਨਿਕਲੇਗਾ। ਠੀਕ ਹੈ ਜੀ ਤਾਂ ਇਹ ਸਵਾਲ ਨੇ ਜਿਹੜੇ ਇਹਦੇ 4 ਸਵਾਲ ਨੇ A ਤੋਂ ਲੈ ਕੇ D, ਇਹ ਤੁਸੀਂ ਖੁਦ ਕਰਨੇ ਬੇਟਾ। ਅੱਗੇ ਚੌਥਾ ਸਵਾਲ ਹੈ ਹੇਠ ਦਿੱਤੀਆਂ ਸੰਖਿਆਵਾਂ ਦਾ ਮੰਮਾ ਸੱਸਾ ਬਾਬਾ ਗੁਣਨਖੰਡ ਵਿਧੀ ਰਾਹੀਂ ਪਤਾ ਕਰੋ। ਗੁਣਨਖੰਡ ਵਿਧੀ ਉਹੀ ਹੈ ਜੀ ਅਭਾਜ ਗੁਣਨਖੰਡ ਵਿਧੀ। ਠੀਕ ਹੈ ਜਮਾ ਸੇਮ ਸਵਾਲ ਹੈ। ਹੁਣ ਮੈਂ 2 ਸਵਾਲ ਕਰੇ ਸੀ 18 ਤੇ 27। ਹੁਣ ਤੁਸੀਂ ਤਿੰਨੇ ਪੈਰਲਲ ਲਿਖ ਲਓ ਤੇ ਤਿੰਨਾਂ ਦੇ ਵਿੱਚੋਂ ਸਾਂਝਾ ਕੱਢੋ ਤੇ ਸਾਂਝੇ ਦੀ ਘੱਟ ਤੋਂ ਘੱਟ ਗਿਣਤੀ ਕੱਢਣੀ ਹੈ ਬੇਟਾ। ਠੀਕ ਹੈ ਨਾ, ਤੇ ਜੇ ਕੋਈ ਸਾਂਝਾ ਨਹੀਂ ਹੈਗਾ ਉਹਨੂੰ ਛੱਡ ਦਿਓ। ਠੀਕ ਹੈ ਉਹ ਨਹੀਂ ਚੱਕਣਾ ਐਂਡ ਦੇ ਵਿੱਚ। ਓਕੇ ਜੀ ਤਾਂ ਇਹ ਸਵਾਲ ਖੁਦ ਕਰਕੇ ਦੇਖਿਓ। ਠੀਕ ਹੈ ਤਾਂ ਇਸ ਤੋਂ ਅਗਲਾ ਸਵਾਲ ਹੈ ਜੀ 5ਵਾਂ। ਹੇਠ ਦਿੱਤੀਆਂ ਸੰਖਿਆਵਾਂ ਦਾ ਮੰਮਾ ਸੱਸਾ ਬਾਬਾ ਅਭਾਜ ਗੁਣਨਖੰਡ ਵਿਧੀ ਰਾਹੀਂ ਪਤਾ ਕਰੋ। ਉਹੀ ਚੀਜ਼ ਦਿੱਤੀ ਅਭਾਜ ਗੁਣਨਖੰਡ ਵਿਧੀ ਫਿਰ। ਠੀਕ ਹੈ ਤਾਂ ਹੁਣ ਫਿਰ ਆਪਾਂ ਉਹੀ ਕੰਮ ਕਰਾਂਗੇ ਅਭਾਜ ਗੁਣਨਖੰਡ ਵਿਧੀ। ਲਓ ਮੈਂ ਇੱਕ ਸਵਾਲ ਕਰਕੇ ਫਿਰ ਦਿਖਾਵਾਂ। ਠੀਕ ਹੈ ਦੇਖੋ ਇਹਦਾ ਸਵਾਲ ਕਿਵੇਂ ਕਰਨਾ ਹੈ, ਚੌਥੇ ਤੇ 5ਵੇਂ ਸਵਾਲ ਕਿਵੇਂ ਕਰਨੇ, ਮਤਲਬ ਇਹ ਦੋਨਾਂ ਦੀ ਦੇਖੋ। ਹਾਂਜੀ ਮੈਂ 5ਵੇਂ ਸਵਾਲ ਦਾ D ਸਵਾਲ ਲੈ ਲਿਆ 45 90 ਤੇ 105। ਇਹਨਾਂ ਨੂੰ ਅਭਾਜ ਗੁਣਨਖੰਡ ਵਿਧੀ ਰਾਹੀਂ ਇਹਨਾਂ ਦਾ ਮੰਮਾ ਸੱਸਾ ਬਾਬਾ ਆਪਾਂ ਪਤਾ ਕਰਦੇ ਹਾਂ। ਠੀਕ ਹੈ ਕਿਵੇਂ ਕਰਾਂਗੇ, ਉਸੇ ਤਰ੍ਹਾਂ ਹੀ ਆਪਾਂ 45 ਦੇ ਅੱਡ ਟੋਟੇ ਬਣਾ ਲਾਂਗੇ, ਜਾਨੀ ਗੁਣਨਖੰਡ ਬਣਾ ਲਾਂਗੇ, 90 ਦੇ ਅੱਡ ਬਣਾ ਲਾਂਗੇ ਤੇ 105 ਦੇ ਅਲੱਗ ਬਣਾ ਲਾਂਗੇ। ਠੀਕ ਹੈ ਤਾਂ 45 ਜਿਹੜਾ ਹੈ ਨਾ 2 ਤੇ ਤਾਂ ਇਹ ਜਾਂਦਾ ਹੀ ਨਹੀਂ ਕਿਉਂਕਿ ਇਹ ਜਿਸਤ ਨਹੀਂ ਹੈ। ਠੀਕ ਹੈ ਆਪਾਂ ਇਹ ਦੇਖਣਾ 3 ਤੇ ਜਾਂਦਾ, 5 ਤੇ 4 ਦਾ ਜੋੜ 9 ਹੁੰਦਾ ਹੈ। ਠੀਕ ਹੈ ਇਸ ਕਰਕੇ ਹੀ 3 ਤੇ ਜਾਓ। ਤਾਂ ਆਪਾਂ ਇੱਥੇ 3 ਤੇ ਵੰਡਿਆ ਇਹਨੂੰ 15 ਤੀਏ 45। ਠੀਕ ਹੈ ਫਿਰ 3 ਤੇ ਗਿਆ 5 ਤੀਏ 15। ਠੀਕ ਹੈ 5 ਭਾਜ ਆ ਗਈ, ਇੱਥੇ ਆ ਕੇ ਸਵਾਲ ਆਪਾਂ ਛੱਡ ਲਿਆ। ਅੱਗੇ ਇਹ ਵੀ 2 ਤੇ ਗਿਆ ਬਈ ਕਿਉਂਕਿ 0 ਦਾ ਜਿਸਤ ਹੈ। ਠੀਕ ਹੈ ਤਾਂ ਇਹਨੂੰ 2 ਤੇ ਭੇਜਿਆ ਪਹਿਲਾਂ ਤਾਂ ਇਹ ਹੈਗਾ 45। ਫਿਰ ਉਹੀ ਸਵਾਲ ਬਣ ਗਿਆ ਅੱਗੇ ਵਾਲਾ। 3 ਤੇ ਭੇਜਿਆ 15। ਠੀਕ ਹੈ ਫਿਰ 3 ਤੇ ਭੇਜਿਆ 5। ਠੀਕ ਹੈ ਤਾਂ ਇਸੇ ਤਰ੍ਹਾਂ ਹੀ 105 ਦਾ ਕਰ ਲਾਂਗੇ ਆਪਾਂ। 105 ਹੈ ਜਿਹੜੀ 5 ਤੇ 1 6, ਇਹਦਾ ਮਤਲਬ 3 ਤੇ ਜਾਂਦੀ ਹੈ। ਕਾਲ ਨਹੀਂ ਕਰਨੀ ਬੇਟਾ, ਇਹ ਨਹੀਂ ਦੇਖਣਾ ਵੀ ਤੁਸੀਂ 5 ਹੈਗਾ ਪਹਿਲਾਂ ਹੀ 5 ਤੇ ਭੇਜ ਦਿਓ। ਠੀਕ ਹੈ ਪਹਿਲਾਂ ਛੋਟੀ ਤੇ ਕਰਕੇ ਦੇਖੋ ਕਿਉਂਕਿ 5 ਤੋਂ ਛੋਟੀ 3 ਪਈ ਹੈ ਨਾ ਭਾਜ ਸੰਖਿਆ, ਤਾਂ ਪਹਿਲਾਂ 3 ਤੇ ਵੀ ਕਰਕੇ ਦੇਖਣਾ ਆਪਾਂ ਇਹਦਾ। ਤਾਂ ਇੱਥੇ 3 ਤੇ ਕਰੋ 3 ਤੀਏ 9 3 5 15। ਠੀਕ ਹੈ 35 ਆ ਗਿਆ ਜੀ। 35 3 ਤੇ ਨਹੀਂ ਜਾਂਦਾ। ਠੀਕ ਹੈ ਹੁਣ ਇਹਨੂੰ 5 ਤੇ ਭੇਜ ਦਿਓ 7 5 35। ਠੀਕ ਹੈ ਤਾਂ ਇਹ ਇਹਦੇ ਗੁਣਨਖੰਡ ਆ ਗਏ। ਤਾਂ ਹੁਣ ਆਪਾਂ ਨੂੰ ਇਹਨਾਂ ਨੂੰ ਅਲੱਗ ਲਿਖਣਾਂਗੇ ਤਾਂ ਕਿ ਆਪਾਂ ਨੂੰ ਚੂਜ਼ ਕਰਨਾ ਸੌਖਾ ਹੋ ਜਾਏ। ਤਾਂ 45 ਦੇ 45 ਦੇ ਸਾਹਮਣੇ ਲਿਖ ਲਾਂਗੇ 3 ਗੁਣਾ 3 ਗੁਣਾ 5। 90 ਦੇ ਉਹਦੇ ਸਾਹਮਣੇ ਲਿਖ ਲਾਂਗੇ 2 ਗੁਣਾ 3 ਗੁਣਾ 3 ਗੁਣਾ 5। 105 ਦੇ ਉਹਦੇ ਸਾਹਮਣੇ ਲਿਖ ਲਾਂਗੇ 3 ਗੁਣਾ 5 ਗੁਣਾ 7। ਤੇ ਹੁਣ ਲਿਖਾਂਗੇ ਆਪਾਂ ਮੰਮਾ ਸੱਸਾ ਵਾਵਾ। ਆਪਾਂ ਕੀ ਕਰਨਾ ਹੈ, ਇਹਨਾਂ ਦੇ ਸਾਂਝੇ ਗੁਣਨਖੰਡ ਬਾਹਰ ਕੱਢਣੇ ਨੇ, ਪਰ ਉਹ ਜਿਹੜਿਆਂ ਦੀ ਘੱਟ ਸੰਖਿਆ ਹੈ, ਘੱਟ ਗਿਣਤੀ ਹੈ। ਠੀਕ ਹੈ ਤਾਂ ਦੇਖੋ 3 ਇਹ 'ਚ ਵੀ ਪਿਆ 3 ਇਹ 'ਚ ਵੀ ਪਿਆ 3 ਇਹ 'ਚ ਵੀ ਪਿਆ। ਠੀਕ ਹੈ ਘੱਟ ਤੀਏ ਕਿਹਦੇ 'ਚ ਪਏ ਨੇ, ਇਹਦੇ 'ਚ ਪਏ ਨੇ, ਇੱਕੋ ਹੀ ਪਿਆ ਇਹਦੇ 'ਚ। ਠੀਕ ਹੈ ਤਾਂ ਆਪਾਂ ਇੱਕ ਤਾਂ ਤੀਆ ਬਾਹਰ ਕੱਢ ਲਿਆ। ਉਦੋਂ ਅੱਗੇ ਦੇਖਣਾ 5 ਇਹ 'ਚ ਵੀ ਪਿਆ ਇਹ 'ਚ ਵੀ ਪਿਆ ਇਹ 'ਚ ਵੀ ਪਿਆ, ਤਾਂ 5 ਦੀ ਸੰਖਿਆ ਤਾਂ ਤਿੰਨਾਂ ਦੇ ਵਿੱਚ ਹੀ ਪਾਉਂਦੇ ਆ। ਠੀਕ ਹੈ ਤਾਂ ਆਪਾਂ ਇੱਥੇ 5 ਕੱਢ ਲਿਆ। 7 ਸਾਂਝਾ ਨਹੀਂ ਹੈਗਾ ਬੇਟਾ, ਨਾ ਹੀ 2 ਸਾਂਝਾ। ਠੀਕ ਹੈ 2 ਵੀ ਅੱਗੇ ਸਾਂਝਾ ਨਹੀਂ ਹੈਗਾ, ਇਹਦਾ ਮਤਲਬ 5 ਤੇ 3 ਹੀ ਨਿਕਲਣਗੇ। 5 ਤੇ 3 ਦੀ ਗੁਣਾ 15 ਹੁੰਦੀ ਹੈ, 15 ਸਾਡੇ ਕੋਲ ਆਨਸਰ ਆ ਗਿਆ। ਠੀਕ ਹੈ ਜੀ ਇਸ ਤਰ੍ਹਾਂ ਅਭਾਜ ਗੁਣਨਖੰਡ ਵਿਧੀ ਰਾਹੀਂ ਇਹ ਸਵਾਲ ਕਰਨੇ ਨੇ ਚੌਥਾ ਤੇ 5ਵਾਂ। ਠੀਕ ਹੈ ਹੁਣ 6ਵਾਂ ਸਵਾਲ ਦੇਖੋ ਹੇਠ ਦਿੱਤੀਆਂ ਸੰਖਿਆਵਾਂ ਦਾ ਮੰਮਾ ਸੱਸਾ ਬਾਬਾ ਭਾਗ ਵਿਧੀ ਰਾਹੀਂ ਪਤਾ ਕਰੋ। ਹੁਣ ਆਪਣੇ ਕੋਲ ਕੀ ਆ ਗਿਆ, ਭਾਗ ਵਿਧੀ। ਇੱਕ ਨਵੀਂ ਵਿਧੀ ਆ ਗਈ ਭਾਗ ਵਿਧੀ। ਹੁਣ ਉਹ ਦੇਖੋ ਕੀ ਹੈ। ਹਾਂਜੀ ਭਾਗ ਵਿਧੀ ਕੀ ਹੁੰਦੀ ਹੈ, ਤੁਹਾਡੇ ਦਿਮਾਗ 'ਚ ਆਮ ਭਾਗ ਆ ਗਈ ਹੋਊਗੀ ਹੈ ਨਾ, ਜਿਵੇਂ ਪਹਿਲਾਂ ਆਪਾਂ ਭਾਗ ਕਰਦੇ ਹੁੰਦੇ ਸੀ ਜਿਹਦਾ ਆਹ ਵਾਲਾ ਸਾਈਨ ਹੁੰਦਾ ਸੀ, ਇੱਦਾਂ ਕਰਕੇ ਇੱਕ ਐਂ ਕਰ ਲਿਖ ਲੈਂਦੇ ਹੁੰਦੇ ਸੀ ਹੈ ਨਾ। ਠੀਕ ਹੈ ਇਹੀ ਹੈ ਭਾਗ ਵਿਧੀ, ਪਰ ਇਹਦੇ 'ਚ ਕੀ ਹੈ, ਇਹਦੇ 'ਚ ਥੋੜਾ ਜਿਹਾ ਗੇੜ ਪਾਤਾ। ਉਹ ਗੇੜ ਕੀ ਪਾਉਂਦਾ ਹੈ,
ਇਹ ਦੇਖੋ ਮੰਨ ਲਓ ਇੱਕ ਸਵਾਲ ਆਪਾਂ ਨੂੰ ਦਿੱਤਾ, ਇਹਦਾ ਆਪਾਂ ਨੇ ਭਾਗ ਵਿਧੀ ਰਾਹੀਂ ਕੱਢਣਾ ਹੈ ਮੰਮਾ ਸੱਸਾ ਬਾਬਾ। ਤਾਂ ਇਹਨਾਂ 'ਚ ਵੱਡੀ ਕਿਹੜੀ ਹੈ 60, ਇਹਨੂੰ 40 ਤੇ ਵੰਡ ਦਿਓ, ਠੀਕ ਹੈ। 40 ਦੇ ਪਹਾੜੇ ਤੇ 40 ਏਕਮ 40, ਕਿੰਨਾ ਬਚ ਗਿਆ 20 ਬਚ ਗਿਆ। ਉਦੋਂ ਅੱਗੇ ਆਪਾਂ ਨੇ ਇਹਨੂੰ ਭਾਗ ਨਹੀਂ ਹੱਲ ਕਰਨੀ, ਜਿਹੜਾ ਬਾਕੀ ਬਚ ਗਿਆ ਨਾ ਉਹਨੂੰ ਇੱਕ ਤਰ੍ਹਾਂ ਦਾ ਭਾਜਕ ਬਣਾ ਲੈਣਾ ਹੈ ਤੇ ਆਹ 40 ਹੈ ਜਿਹੜਾ ਉਹ ਵਿੱਚ ਲਿਖ ਦੇਣਾ, ਠੀਕ ਹੈ। ਹੁਣ 20 ਦੇ ਪਹਾੜੇ ਤੇ 40 ਨੂੰ ਵੰਡਣਾ ਹੈ ਤਾਂ 20 ਦੂਣੀ 40 ਹੁੰਦਾ ਹੈ, ਠੀਕ ਹੈ। ਇਹਨੇ ਆ ਕੇ ਪੂਰਾ ਪੂਰਾ ਵੰਡਤਾ, ਬਾਕੀ ਕੁਝ ਰਿਹਾ ਨਹੀਂ, ਠੀਕ ਹੈ। ਤਾਂ ਕਿਹੜੀ ਸੰਖਿਆ ਨੇ ਪੂਰਾ ਪੂਰਾ ਵੰਡਿਆ ਹੈ 20 ਨੇ ਵੰਡਿਆ, ਠੀਕ ਹੈ। ਤਾਂ ਇੱਥੇ ਭਾਗ ਵਿਧੀ ਰਾਹੀਂ ਮੰਮਾ ਸੱਸਾ ਵਾਵਾ 20 ਆਨਸਰ ਇਹ ਆ ਜਾਊਗਾ ਬੇਟਾ। ਜਿਹੜੀ ਸੰਖਿਆ ਐਂਡ ਤੇ ਆ ਕੇ, ਜਿਹੜਾ ਬਾਕੀ ਐਂਡ ਤੇ ਆ ਕੇ ਉੱਪਰਲੀ ਸੰਖਿਆ ਨੂੰ ਪੂਰਾ ਪੂਰਾ ਵੰਡ ਦੇ, ਠੀਕ ਹੈ, ਉਹ ਮੰਮਾ ਸੱਸਾ ਵਾਵਾ ਹੁੰਦਾ ਹੈ, ਠੀਕ ਹੈ। ਤਾਂ ਇਸੇ ਤਰ੍ਹਾਂ ਦਾ ਇੱਕ ਸਵਾਲ ਮੈਂ ਹੋਰ ਕਰਾ ਦਿੰਦਾ, ਜਿੱਦਾਂ ਇਹਦੇ 'ਚ ਤਿੰਨ ਸੰਖਿਆਵਾਂ ਲੈ ਲਓ 12 18 64 ਲੈ ਲਓ, ਠੀਕ ਹੈ। ਇੱਕ ਸਵਾਲ ਤੁਹਾਡਾ ਇਹਦੇ 'ਚ ਪਿਆ 12 18 ਤੇ 64, 12 18 ਤੇ 64। ਹੁਣ ਇਹਦਾ ਕਿਵੇਂ ਕੱਢਣਾ ਭਾਗ ਵਿਧੀ ਰਾਹੀਂ? ਤਾਂ 12 ਤੇ ਆਪਾਂ ਵੰਡਾਂਗੇ 18 ਨੂੰ, ਠੀਕ ਹੈ ਨਾ। ਤਾਂ 12 ਏਕਮ 12, 6 ਬਾਕੀ ਆ ਗਿਆ, ਫਿਰ ਇਹਨੂੰ ਬਾਕੀ ਨੂੰ ਵਿੱਚ ਰੱਖ ਲਾਂਗੇ, ਉਹਨੂੰ 12 ਨੂੰ ਵਿੱਚ ਲੈ ਆਵਾਂਗੇ ਤਾਂ 6 ਦੂਣੀ 12, 6 ਨੇ ਪੂਰਾ ਪੂਰਾ ਵੰਡਤਾ ਨਾ, ਪਰ ਇਹ ਸਵਾਲ ਨਹੀਂ ਹੱਲ ਹੋਇਆ, ਠੀਕ ਹੈ, ਹਜੇ 64 ਪਿਆ। ਤਾਂ 6 ਸਟੈਂਡ ਬਾਈ ਰੱਖੋ, 6 ਦੇ ਨਾਲ ਹੀ ਆਪਾਂ ਵੰਡ ਕੇ ਦੇਖਣਾ ਹੁਣ ਅੱਗੇ ਕਿਹਨੂੰ 64 ਨੂੰ, ਠੀਕ ਹੈ। ਤਾਂ 6 ਏਕਮ 6, ਉੱਪਰ ਉਤਾਰ ਲਿਆ 4, 6 0 0, ਠੀਕ ਹੈ। 4 ਬਾਕੀ ਹੈ, ਇੱਥੇ ਆ ਕੇ 4 ਬਾਕੀ ਆਉਂਦਾ ਹੁੰਦਾ, ਠੀਕ ਹੈ। ਤਾਂ 6 ਵਿੱਚ ਰੱਖ ਲਿਆ, 4 ਤੇ ਵੰਡਤਾ, ਠੀਕ ਹੈ। ਤਾਂ 4 ਏਕਮ 4, ਤਾਂ ਹੁਣ 2 ਬਾਕੀ ਆ ਗਿਆ, 2 ਵਿੱਚ ਰੱਖ ਲਿਆ, 4 ਨੂੰ 2 ਤੇ ਵੰਡਤਾ, ਤਾਂ 2 ਦੂਣੀ 4। ਕਿਹਨੇ ਵੰਡਿਆ ਵੀ ਐਂਡ ਤੇ ਆ ਕੇ 2 ਨੇ ਵੰਡਿਆ ਨਾ। ਤਾਂ ਆ 12 18 64 ਇਹਦਾ ਮੰਮਾ ਸੱਸਾ ਵਾਵਾ ਬਰਾਬਰ ਹੈ 2 ਆਨਸਰ, ਠੀਕ ਹੈ ਬੇਟਾ। ਇਸ ਤਰ੍ਹਾਂ ਕੱਢਣੇ ਨੇ ਜੀ ਭਾਗ ਵਿਧੀ ਰਾਹੀਂ। ਮੇਰੇ ਖਿਆਲ ਹੁਣ ਤੁਹਾਨੂੰ ਭਾਗ ਵਿਧੀ ਵੀ ਆ ਗਈ, ਠੀਕ ਹੈ, ਤੇ ਅਭਾਜ ਗੁਣਨਖੰਡ ਵਿਧੀ ਵੀ ਆ ਗਈ, ਹੈ ਨਾ। ਤੇ 7ਵਾਂ ਸਵਾਲ ਪਤਾ ਕੀ ਹੈ, ਉਹ ਦੇਖ ਲਓ ਕੀ ਹੈ। ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜਿਹੜੀ 60 75 ਅਤੇ 90 ਨੂੰ ਪੂਰਾ ਪੂਰਾ ਵੰਡੇ, ਠੀਕ ਹੈ। ਆਪਾਂ ਨੇ ਇਹ ਕੀ ਕਰਨਾ ਵੀ ਆਪਣੇ ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰਨੀ ਜਿਹੜੀ ਇਹਨਾਂ ਤਿੰਨਾਂ ਨੂੰ ਪੂਰਾ ਪੂਰਾ ਵੰਡਦੀ ਹੋਵੇ। ਤਾਂ ਜਿਹੜੀ ਸੰਖਿਆ ਇਹਨਾਂ ਤਿੰਨਾਂ ਦਾ ਮੰਮਾ ਸੱਸਾ ਵਾਵਾ ਹੋਊਗੀ ਨਾ, ਉਹੀ ਉਹ ਵੱਡੀ ਤੋਂ ਵੱਡੀ ਸੰਖਿਆ ਹੋਊਗੀ ਜਿਹੜੀ ਇਹਨਾਂ ਨੂੰ ਤਿੰਨਾਂ ਨੂੰ ਪੂਰਾ ਪੂਰਾ ਵੰਡੂਗੀ, ਠੀਕ ਹੈ। ਤਾਂ ਇਹਦਾ ਸਿੱਧਾ ਮੰਮਾ ਸੱਸਾ ਵਾਵਾ ਕਰਕੇ ਦੇਖ ਲਿਓ। 8ਵਾਂ ਸਵਾਲ ਹੈ ਜੀ, 3 ਡਰਮਾਂ ਵਿੱਚ 36 ਲੀਟਰ 45 ਲੀਟਰ ਅਤੇ 72 ਲੀਟਰ ਦੁੱਧ ਹੈ। ਉਹ ਵੱਡੇ ਤੋਂ ਵੱਡਾ ਬਰਤਨ ਦੱਸੋ ਜਿਹੜਾ ਤਿੰਨਾਂ ਡਰਮਾਂ ਦੇ ਦੁੱਧ ਨੂੰ ਪੂਰੀ ਤਰ੍ਹਾਂ ਮਾਪ ਸਕੇ। ਹੁਣ ਆਪਾਂ ਨੇ ਤਿੰਨਾਂ ਡਰਮਾਂ ਦੇ ਦੁੱਧ ਨੂੰ ਪੂਰੀ ਤਰ੍ਹਾਂ ਮਾਪਣ ਵਾਲਾ ਬਰਤਨ ਲੱਭਣਾ ਹੈ। ਇਸੇ ਤਰ੍ਹਾਂ ਹੀ ਕੱਢ ਲਓ, ਮੰਮਾ ਸੱਸਾ ਵਾਵਾ ਪਤਾ ਕਰ ਲਓ, ਉਨੇ ਲੀਟਰ ਦਾ ਬਰਤਨ ਹੈ ਜਿਹੜਾ ਉਹ ਇਹਨਾਂ ਤਿੰਨਾਂ ਡਰਮਾਂ ਨੂੰ ਪੂਰਾ ਮਾਪ ਦੂਗਾ, ਠੀਕ ਹੈ। ਇਹ ਵੱਡੇ ਤੋਂ ਵੱਡਾ ਬਰਤਨ ਆ ਜਾਂਦਾ। ਜਦੋਂ ਆਪਾਂ ਮੰਮਾ ਸੱਸਾ ਵਾਵਾ ਪਤਾ ਕਰਦੇ ਹਾਂ ਨਾ, ਤਾਂ ਉਹ ਹਰੇਕ ਵੱਖ-ਵੱਖ ਸੰਖਿਆਵਾਂ ਨੂੰ ਵੰਡਣ ਵਾਲੀ ਉਹ ਸੰਖਿਆ ਪਤਾ ਲੱਗ ਜਾਂਦੀ ਹੈ ਜਿਹੜੀ ਵੱਡੀ ਤੋਂ ਵੱਡੀ ਹੈ, ਚੰਗਾ। ਗ੍ਰੇਟੈਸਟ ਹੈ, ਲਾਰਜੈਸਟ ਹੈ ਜਾਂ ਗ੍ਰੇਟੈਸਟ, ਤੁਸੀਂ ਕੁਝ ਵੀ ਕਹਿ ਦਿਓ, ਵੱਡੀ ਤੋਂ ਵੱਡੀ ਹੈ ਜਿਹੜੀ, ਠੀਕ ਹੈ ਨਾ। ਤਾਂ ਜਦੋਂ ਵੱਡੀ ਤੋਂ ਵੱਡੀ ਸੰਖਿਆ ਲੱਭਣੀ ਹੋਵੇ ਉਦੋਂ ਆਪਾਂ ਮੰਮਾ ਸੱਸਾ ਵਾਵਾ ਕੱਢਾਂਗੇ। ਇਸੇ ਤਰ੍ਹਾਂ ਹੀ ਜਦੋਂ ਛੋਟੀ ਤੋਂ ਛੋਟੀ ਸੰਖਿਆ ਲੱਭਣੀ ਹੋਵੇ ਪੂਰਾ ਮਾਪਣ ਵਾਲੀ ਜਾਂ ਪੂਰਾ ਵੰਡਣ ਵਾਲੀ, ਉਦੋਂ ਆਪਾਂ ਲੱਲਾ ਸੱਸਾ ਵਾਵਾ ਕੱਢਾਂਗੇ। ਅੱਗੇ ਉਹ ਅਗਲੀ ਲੜੀ 'ਚ ਆਊਗਾ, ਠੀਕ ਹੈ। ਤਾਂ ਅੱਜ ਦੇ ਲਈ ਇੰਨਾ ਹੀ, ਠੀਕ ਹੈ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਸ਼ੱਬਾ ਖੈਰ, ਧੰਨਵਾਦ।